ਸਰਦਾਰ ਹਰੀ ਸਿੰਘ ਨਲਵਾ 19ਵੀਂ ਸਦੀ ਦੇ ਸਿੱਖ ਇਤਿਹਾਸ ਵਿੱਚ ਦੋ ਪ੍ਰਮੁੱਖ ਸ਼ਖਸੀਅਤਾਂ ਦੀ ਚਰਚਾ ਬਰਾਬਰ ਮਿਲਦੀ ਹੈ। ਉਹ ਹਨ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦਾ ਸੁਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਨਲਵਾ। ਦੋਹਾਂ ਦੀ ਸਾਂਝ ਪਿਤਾ ਪੁਰਖੀ ਸੀ। ਹਰੀ ਸਿੰਘ ਦਾ ਪਿਤਾ ਗੁਰਦਿਆਲ ਸਿੰਘ ਉੱਪਲ ਅਤੇ ਦਾਦਾ ਹਰਦਾਸ ਸਿੰਘ ਉੱਪਲ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਦਾਦਾ ਚੜ੍ਹਤ ਸਿੰਘ ਦੇ ਸਮਕਾਲੀ ਸਨ। ਦੋਵਾਂ ਘਰਾਣਿਆਂ ਦਾ ਜੱਦੀ ਪਿੰਡ ਮਜੀਠਾ ਵਰਤਮਾਨ ਜ਼ਿਲ੍ਹਾ ਅੰਮ੍ਰਿਤਸਰ ਸੀ। ਸ਼ਾਇਦ ਇਸੇ ਕਰਕੇ ਹਰਦਾਸ ਸਿੰਘ ਚੜ੍ਹਤ ਸਿੰਘ ਸ਼ੁਕਰਚਕੀਏ ਦੇ ਜਥੇ ਵਿੱਚ ਸ਼ਾਮਿਲ ਹੋਇਆ ਸੀ ਅਤੇ ਕੁੱਪਰਹੀੜਾ ਜ਼ਿਲ੍ਹਾ ਸੰਗਰੂਰ ਦੀ ਵੱਡੇ ਘੱਲੂਘਾਰੇ ਦੀ ਭਿਅੰਕਰ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਸਰਦਾਰ ਹਰੀ ਸਿੰਘ ਦਾ ਪਿਤਾ ਸਰਦਾਰ ਗੁਰਦਿਆਲ ਸਿੰਘ ਉੱਪਲ ਆਪਣੇ ਪਿਤਾ ਵਾਂਗ ਸ਼ੁਕਰਚਕੀਆ ਮਿਸਲ ਨਾਲ ਹੀ ਜੁੜਿਆ ਰਿਹਾ ਅਤੇ ਉਸ ਨੇ ਸ਼ੁਕਰਚਕੀਏ ਸਰਦਾਰਾਂ ਚੜ੍ਹਤ ਸਿੰਘ ਅਤੇ ਮਹਾਂ ਸਿੰਘ ਨਾਲ ਕਈ ਮਹੱਤਵਪੂਰਨ ਲੜਾਈਆਂ ਵਿੱਚ ਭਾਗ ਲਿਆ, ਜਿਸ ਕਾਰਨ ਉਹ ਸ਼ੁਕਰਚਕੀਏ ਮਿਸਲ ਦੇ ਸਿਰ ਕੱਢ ਰਿਸਾਲਦਾਰਾਂ ਡੇਰੇਦਾਰਾਂ ਵਿੱਚ ਗਿਣਿਆ ਜਾਣ ਲੱਗਾ ਅਤੇ ਉਸ ਨੂੰ ਸ਼ਾਹਦਰੇ ਲਾਹੌਰ ਦੇ ਨੇੜੇ ਪਿੰਡ ਬਲੋਕੀ ਜ਼ਿਲ੍ਹਾ ਗੁਜਰਾਂਵਾਲਾ ਜਗੀਰ ਵਜੋਂ ਮਿਲਿਆ। ਸਰਦਾਰ ਹਰੀ ਸਿੰਘ ਨਲਵਾ ਦਾ ਜਨਮ 1791 ਈਸਵੀ ਵਿੱਚ ਗੁਜਰਾਂਵਾਲਾ ਹੁਣ ਪਾਕਿਸਤਾਨ ਵਿਖੇ ਹੋਇਆ। ਇੱਥੇ ਹੀ 11 ਸਾਲ ਪਹਿਲਾਂ ਨਵੰਬਰ 13, 1780 ਈਸਵੀ ਨੂੰ ਸਰਦਾਰ ਮਹਾਂ ਸਿੰਘ ਸ਼ੁਕਰਚਕੀਏ ਦੇ ਘਰ ਰਣਜੀਤ ਸਿੰਘ ਨੇ ਜਨਮ ਲਿਆ ਸੀ। 1798 ਈਸਵੀ ਵਿੱਚ ਜਦੋਂ ਸਰਦਾਰ ਹਰੀ ਸਿੰਘ ਅਜੇ 7 ਸਾਲ ਦਾ ਬਾਲਕ ਹੀ ਸੀ ਤਾਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਹਰੀ ਸਿੰਘ ਦੀ ਨਿਰਾਸ਼ ਮਾਤਾ ਅਕਾਲ ਪੁਰਖ ਦੇ ਭਾਣੇ ਵਿੱਚ ਹਰੀ ਸਿੰਘ ਦੀ ਸੁੱਖ ਮੰਗਦੀ ਉਸ ਨੂੰ ਆਪਣੇ ਭਰਾਵਾਂ ਕੋਲ ਲੈ ਗਈ, ਜਿੱਥੇ ਹਰੀ ਸਿੰਘ ਦੀ ਪਾਲਣਾ, ਪੜ੍ਹਾਈ ਅਤੇ ਸਿਖਲਾਈ ਵੱਲ ਉਚੇਚਾ ਧਿਆਨ ਦਿੱਤਾ ਗਿਆ। ਹਰੀ ਸਿੰਘ ਦੀ ਮਾਤਾ ਧਰਮ ਕੌਰ ਨੇ ਉਸ ਵਿੱਚ ਸਿੱਖੀ ਪ੍ਰਤੀ ਨਿਸ਼ਠਾ ਅਤੇ ਸ਼ਰਧਾ ਕੁੱਟ-ਕੁੱਟ ਕੇ ਭਰ ਦਿੱਤੀ। ਗੁਰਬਾਣੀ ਸਿੱਖਿਆ ਵੱਲ ਵੀ ਪੂਰਾ ਧਿਆਨ ਦਿੱਤਾ ਗਿਆ। ਨਿਸ਼ਚੇ ਹੀ ਗੁਰਸਾਖੀਆਂ ਅਤੇ ਇਤਿਹਾਸਕ ਰਵਾਇਤਾਂ ਇਸ ਕਾਰਜ ਲਈ ਚੰਗਾ ਮਾਧਿਅਮ ਸਨ। 1801 ਈਸਵੀ ਵਿੱਚ 10 ਸਾਲ ਦੀ ਉਮਰ ਵਿੱਚ ਹਰੀ ਸਿੰਘ ਨੂੰ ਅੰਮ੍ਰਿਤਪਾਨ ਕਰਵਾਇਆ ਗਿਆ। ਇਸੇ ਦੌਰਾਨ ਉਸ ਨੇ ਫਾਰਸੀ ਭਾਸ਼ਾ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਉਹ ਫਾਰਸੀ ਲਿਖਣ ਅਤੇ ਬੋਲਚਾਲ ਵਿੱਚ ਸੁਘੜ ਹੋ ਗਿਆ। ਇੱਥੇ ਇਸ ਗੱਲ ਦਾ ਵਰਣਨ ਵੀ ਜ਼ਰੂਰੀ ਹੈ ਕਿ ਹਰੀ ਸਿੰਘ ਨੂੰ ਵਿਭਿੰਨ ਭਾਸ਼ਾਵਾਂ ਸਿੱਖਣ ਦਾ ਸ਼ੌਂਕ ਸੀ ਅਤੇ ਉਸ ਦੀ ਬੋਲਚਾਲ ਵੀ ਚੰਗੀ ਪ੍ਰਭਾਵਸ਼ਾਲੀ ਸੀ। ਅੱਗੇ ਚੱਲ ਕੇ ਹਰੀ ਸਿੰਘ ਨੇ ਅੰਗਰੇਜ਼ੀ, ਫਰਾਂਸੀਸੀ, ਪਸ਼ਤੋ, ਅਲਤਾਵਲੀ ਅਤੇ ਸਪੇਨੀ ਭਾਸ਼ਾਵਾਂ ਵਿੱਚ ਵੀ ਮੁਹਾਰਤ ਹਾਸਲ ਕਰ ਲਈ। ਬੈਰਨ ਹਿਊਗਲ ਜਰਮਨ ਸੈਲਾਨੀ ਦੇ ਕਥਨ ਅਨੁਸਾਰ ਸਰਦਾਰ ਹਰੀ ਸਿੰਘ ਨਲਵਾ ਲਾਹੌਰ ਦਰਬਾਰ ਦਾ ਇੱਕੋ ਇੱਕ ਸਿੱਖ ਸਰਦਾਰ ਸੀ ਜੋ ਰਾਜ ਭਾਸ਼ਾ ਫਾਰਸੀ ਵਿੱਚ ਲਿਖ ਅਤੇ ਗੱਲਬਾਤ ਕਰਨ ਦੀ ਚੰਗੀ ਸਮਰੱਥਾ ਰੱਖਦਾ ਸੀ। ਹਿਊਗਲ ਇਹ ਵੀ ਲਿਖਦਾ ਹੈ ਕਿ ਹਰੀ ਸਿੰਘ ਯੂਰਪ ਦੇ ਸਮਕਾਲੀ ਹਾਲਾਤ ਸੰਬੰਧੀ ਜਾਣਕਾਰੀ ਹਾਸਲ ਕਰਨ ਲਈ ਸਦਾ ਸਤਰਕ ਰਹਿੰਦਾ ਸੀ। ਖਾਨਦਾਨੀ ਸਿੱਖ ਸਰਦਾਰਾਂ ਦੀ ਪ੍ਰਥਾ ਅਨੁਕੂਲ ਬਾਲ ਹਰੀ ਸਿੰਘ ਦੀ ਵਿੱਦਿਆ ਸਿਖਲਾਈ ਵਿੱਚ ਸ਼ਸਤਰ ਸਿੱਖਿਆ ਵੀ ਸ਼ਾਮਿਲ ਸੀ। ਇਸ ਲਈ ਹਰੀ ਸਿੰਘ ਨੇ ਘੋੜਸਵਾਰੀ, ਬੰਦੂਕਬਾਜ਼ੀ ਅਤੇ ਤਲਵਾਰ ਚਲਾਉਣ ਵਿੱਚ ਵੀ ਨਿਪੁੰਨਤਾ ਹਾਸਲ ਕਰ ਲਈ। ਇਸ ਪ੍ਰਕਾਰ 14 ਸਾਲ ਦੀ ਉਮਰ ਵਿੱਚ ਹੀ ਹਰੀ ਸਿੰਘ ਇੱਕ ਸੁਨੱਖੀ ਫੱਬ ਅਤੇ ਨਰੋਈ ਸਰੀਰਕ ਬਣਤਰ ਵਾਲਾ ਪ੍ਰਭਾਵਸ਼ਾਲੀ ਨੱਢਾ ਜਾਪਣ ਲੱਗਾ। 1804 ਈਸਵੀ ਵਿੱਚ ਹਰੀ ਸਿੰਘ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਾਹੌਰ ਵਿੱਚ ਕਰਵਾਏ ਜਾਂਦੇ ਵਾਰਸ਼ਿਕ ਫੌਜੀ ਭਰਤੀ ਮੇਲੇ ਦੇ ਅਵਸਰ 'ਤੇ ਪੁੱਜਾ। ਉੱਥੇ ਮਹਾਰਾਜਾ ਰਣਜੀਤ ਸਿੰਘ ਇਸ ਅੱਲੜ ਦਿਸਦੇ ਨੌਜਵਾਨ ਹਰੀ ਸਿੰਘ ਦੀ ਸ਼ਮਸ਼ੀਰਬਾਜ਼ੀ, ਘੋੜਸਵਾਰੀ ਅਤੇ ਬੰਦੂਕਬਾਜ਼ੀ ਦੇ ਕਰਤੱਬਾਂ ਵਿੱਚ ਪ੍ਰਬੀਨਤਾ ਦੇਖ ਕੇ ਚੋਖਾ ਪ੍ਰਭਾਵਿਤ ਹੋਇਆ। ਸਿੱਟੇ ਵਜੋਂ ਹਰੀ ਸਿੰਘ ਮਹਾਰਾਜੇ ਦੇ ਹਜ਼ੂਰੀ ਖਿਦਮਤਗਾਰ ਵਜੋਂ ਭਰਤੀ ਕਰ ਲਿਆ ਗਿਆ। ਇਸ ਉਪਰੰਤ ਜਦੋਂ ਮਹਾਰਾਜੇ ਨੂੰ ਹਰੀ ਸਿੰਘ ਦੇ ਪਿਤਾ ਅਤੇ ਦਾਦੇ ਦੀਆਂ ਪੰਥ ਅਤੇ ਸ਼ੁਕਰਚਕੀਆ ਸਰਦਾਰਾਂ ਪ੍ਰਤੀ ਉਲੇਖੀਆਂ ਸੇਵਾਵਾਂ ਦਾ ਪਤਾ ਲੱਗਾ ਤਾਂ ਮਹਾਰਾਜੇ ਨੇ ਇੱਕੋ ਸਾਲ ਅੰਦਰ ਹੀ ਹਰੀ ਸਿੰਘ ਨੂੰ 800 ਘੋੜਸਵਾਰਾਂ ਅਤੇ 800 ਪਿਆਦਾ ਫੌਜੀਆਂ ਦਾ ਰਿਸਾਲਦਾਰ ਬਣਾ ਦਿੱਤਾ। ਇੱਕ ਪ੍ਰਚਲਿਤ ਰਵਾਇਤ ਅਨੁਸਾਰ ਹਰੀ ਸਿੰਘ ਇੱਕ ਵੇਰ ਮਹਾਰਾਜਾ ਰਣਜੀਤ ਸਿੰਘ ਨਾਲ ਰਾਵੀ ਅਤੇ ਸਤਲੁਜ ਦਰਿਆਵਾਂ ਵਿਚਕਾਰਲੇ ਨੀਮ ਪਹਾੜੀ ਇਲਾਕੇ ਦੇ ਜੰਗਲਾਂ ਵਿੱਚ ਸ਼ਿਕਾਰ ਲਈ ਗਿਆ। ਉੱਥੇ ਅਚਨਚੇਤ ਇੱਕ ਸ਼ੇਰ ਨੇ ਹਰੀ ਸਿੰਘ ਨੂੰ ਆਣ ਦਬੋਚਿਆ। ਹਰੀ ਸਿੰਘ ਨੇ ਮਹਾਰਾਜੇ ਦੀ ਨਿਗਾਹ ਸਾਹਵੇਂ ਹੀ ਹੱਥੋਂ ਹੱਥੀ ਤਲਵਾਰ ਦੇ ਇੱਕੋ ਝਟਕੇ ਨਾਲ ਸ਼ੇਰ ਮਾਰ ਮੁਕਾਇਆ। ਅੰਗਰੇਜ਼ ਇਤਿਹਾਸਕਾਰ ਮੈਕਰੈਚਰ ਲਿਖਦਾ ਹੈ ਕਿ ਸ਼ਿਕਾਰ ਸਮੇਂ ਕੇਵਲ ਤਲਵਾਰ ਅਤੇ ਢਾਲ ਆਸਰੇ ਸ਼ੇਰ ਮਾਰਨਾ ਹਜ਼ੂਰੀ ਖਿਦਮਤਗਾਰਾਂ ਲਈ ਸਭ ਤੋਂ ਕਰੜੀ ਪਰਖ ਸਮਝੀ ਜਾਂਦੀ ਸੀ। ਹਰੀ ਸਿੰਘ ਨੇ ਇਸੇ ਪਰਖ ਵਿੱਚੋਂ ਸਫਲ ਹੋ ਕੇ
ਸਰਦਾਰੀ ਦਾ ਰੁਤਬਾ ਅਤੇ ਪਹਿਲੀ ਜਗੀਰ ਹਾਸਲ ਕੀਤੀ ਸੀ। ਸਿੱਖਾਂ ਦੇ ਵਿਸ਼ਿਸ਼ਟ ਵਰਗ ਵਿਚਕਾਰ ਹੁਣ ਤੱਕ ਦੰਦ ਕਥਾ ਇਹ ਵੀ ਪ੍ਰਚਲਿਤ ਹੈ ਕਿ ਹਰੀ ਸਿੰਘ ਦੇ ਨਾਂ ਨਾਲ ਨਲਵਾ ਉਪਨਾਮ ਉਸ ਦੇ ਸ਼ੇਰ ਦੇ ਸਫਲ ਸ਼ਿਕਾਰ ਉਪਰੰਤ ਹੀ ਲੱਗਾ ਸੀ। ਮਹਾਰਾਜੇ ਨੂੰ ਹਰੀ ਸਿੰਘ ਦਾ ਇਹ ਕਰਤੱਵ ਇਤਨਾ ਚੰਗਾ ਲੱਗਾ ਕਿ ਉਸਨੇ ਸ਼ੇਰ ਮਾਰਦੇ ਹਰੀ ਸਿੰਘ ਦੇ ਕਈ ਚਿੱਤਰ ਵੀ ਬਣਵਾਏ। ਜਰਮਨ ਸੈਲਾਨੀ ਬੈਰਨ ਹਿਊਗਲ ਜਦੋਂ ਹਰੀ ਸਿੰਘ ਦੀ ਗੁਜਰਾਂਵਾਲੇ ਵਾਲੀ ਹਵੇਲੀ ਵਿੱਚ ਉਸ ਦੇ ਮਹਿਮਾਨ ਵਜੋਂ ਠਹਿਰਿਆ ਤਾਂ ਉਸ ਨੇ ਇੱਕ ਅਜਿਹਾ ਚਿੱਤਰ ਹਵੇਲੀ ਦੀ ਇੱਕ ਕੰਧ ਉੱਪਰ ਬਣਿਆ ਦੇਖਿਆ ਸੀ। ਇਸੇ ਪ੍ਰਕਾਰ ਰੈਜੀਮੈਂਟ ਦਾ ਕਮਾਂਡਰ ਬਣਨ ਉਪਰੰਤ 1807 ਈਸਵੀ ਵਿੱਚ ਹਰੀ ਸਿੰਘ ਕਸੂਰ ਦੀ ਮੁਹਿੰਮ ਵਿੱਚ ਸ਼ਾਮਿਲ ਹੋਇਆ। ਇਸ ਮੁਹਿੰਮ ਵਿੱਚ ਹਰੀ ਸਿੰਘ ਦੀਆਂ ਫੁਰਤੀਆਂ ਜੰਗੀ ਚਾਲਾਂ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਜਗੀਰ ਵਧਾ ਦਿੱਤੀ ਅਤੇ ਇਸ ਤੋਂ ਅੱਗੇ ਉਸ ਨੂੰ ਸਿਆਲਕੋਟ, ਸਾਹੀਵਾਲ, ਖੁਸ਼ਹਾਬ ਅਤੇ ਮੁਲਤਾਨ ਦੀਆਂ ਸਾਰੀਆਂ ਜੇਤੂ 4 ਮੁਹਿੰਮਾਂ ਵਿੱਚ ਸ਼ਾਮਿਲ ਰੱਖਿਆ। ਇਸ ਤੋਂ ਛੁੱਟ ਉਸ ਨੂੰ ਦੀਵਾਨ ਮੁਹਕਮ ਚੰਦ ਮਲਹੋਤਰਾ ਨਾਲ ਅਟਕ ਲੜਾਈ ਅਤੇ ਕਸ਼ਮੀਰ ਦੀ ਜਿੱਤ ਲਈ ਭੇਜਿਆ। 2 ਮੁਹਿੰਮਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ। ਬਾਲਗ ਹੋਣ ਤੱਕ ਸਰਦਾਰ ਹਰੀ ਸਿੰਘ ਨਲਵਾ ਮਹਾਰਾਜੇ ਦੇ ਪਹਿਲੀ ਕਤਾਰ ਦੇ ਪ੍ਰਮੁੱਖ ਸੈਨਿਕ ਅਫਸਰਾਂ ਵਿੱਚ ਆਪਣੀ ਚੰਗੀ ਥਾਂ ਬਣਾ ਚੁੱਕਾ ਸੀ। ਇਸੇ ਕਰਕੇ ਉਸ ਨੂੰ 1820 ਈਸਵੀ ਵਿੱਚ ਕਸ਼ਮੀਰ ਦਾ ਨਾਜ਼ਮ ਗਵਰਨਰ ਨਿਯੁਕਤ ਕੀਤਾ ਗਿਆ। ਕਸ਼ਮੀਰ ਦੀ ਜਿੱਤ ਉਪਰੰਤ ਮਹਾਰਾਜਾ ਰਣਜੀਤ ਸਿੰਘ ਨੇ ਦੀਵਾਨ ਮੋਤੀ ਰਾਮ ਨੂੰ ਨਾਜ਼ਮ ਗਵਰਨਰ ਨਿਯੁਕਤ ਕੀਤਾ ਸੀ। ਦੀਵਾਨ ਮੋਤੀ ਰਾਮ ਨੇ ਮਾਲੀਆ ਪ੍ਰਬੰਧ ਵੱਲ ਤਾਂ ਧਿਆਨ ਦਿੱਤਾ, ਪਰ ਜੰਮੂ ਅਤੇ ਕਸ਼ਮੀਰ ਦੇ ਇਲਾਕੇ ਵਿੱਚ ਪੂਰਨ ਤੌਰ 'ਤੇ ਨਾ ਤਾਂ ਅਮਨ ਸ਼ਾਂਤੀ ਬਹਾਲ ਹੋਈ ਅਤੇ ਨਾ ਹੀ ਖਾਲਸਾ ਸਰਕਾਰ ਦਾ ਪੂਰਾ ਦਬਦਬਾ ਬਣਿਆ। ਇਸ ਲਈ ਹਰੀ ਸਿੰਘ ਨਲਵਾ ਨੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚੋਂ ਬਗਾਵਤੀ ਅਨਸਰਾਂ ਦਾ ਸਫਾਇਆ ਕਰਨ ਲਈ ਇੱਕ ਤਗੜੀ ਮੁਹਿੰਮ ਚਲਾਈ। ਸਿੱਟੇ ਵਜੋਂ ਮੀਰਪੁਰ ਅਤੇ ਬਾਰਾਮੂਲਾ ਦੇ ਬਾਗੀ ਇਲਾਕਿਆਂ ਨੇ ਈਨ ਮੰਨ ਲਈ ਅਤੇ ਖਾਲਸਾ ਦਰਬਾਰ ਦਾ ਬਣਦਾ ਖਿਰਾਜ ਵੀ ਧਾਰ ਦਿੱਤਾ। ਇਸੇ ਪ੍ਰਕਾਰ ਪੁੰਛ ਦੇ ਜ਼ਬਰਦਸਤ ਖਾਨ ਨੂੰ ਹਰੀ ਸਿੰਘ ਨਲਵਾ ਨੇ ਲਗਾਤਾਰ ਦਬਾਅ ਕਾਰਨ ਲਾਹੌਰ ਦੇ ਦਰਬਾਰ ਦੀ ਈਨ ਮੰਨਣੀ ਪਈ। ਹਰੀ ਸਿੰਘ ਨੂੰ ਸਭ ਤੋਂ ਗੰਭੀਰ ਜੰਗ ਬਾਂਬਾ ਅਤੇ ਖਾਂਖਾ ਕਬੀਲਿਆਂ ਵਿਰੁੱਧ ਲੜਨੀ ਪਈ। ਬਾਂਬਾ ਜੋ ਜਹਿਲਮ ਦਰਿਆ ਦੀ ਸਹਾਇਕ ਨਦੀ ਕਿਸ਼ਨ ਗੰਗਾ ਦੇ ਸੱਜੇ ਕਿਨਾਰੇ 'ਤੇ ਵਸੇ ਹੋਏ ਸਨ, ਉਹਨਾਂ ਦਾ ਨੇਤਾ ਜ਼ੁਲਫਿਕਾਰ ਅਲੀ ਸੀ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹ ਲੋਕ ਬ੍ਰਾਹਮਣਾਂ ਵਿੱਚੋਂ ਮੁਸਲਮਾਨ ਬਣੇ ਸਨ। ਖਾਂਖਾ ਲੋਕ ਕਿਸ਼ਨ ਗੰਗਾ ਦੇ ਖੱਬੇ ਕਿਨਾਰੇ 'ਤੇ ਇਲਾਕੇ 'ਤੇ ਕਾਬਜ਼ ਸਨ ਅਤੇ ਉਹਨਾਂ ਦਾ ਨੇਤਾ ਗੁਲਾਮ ਅਲੀ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਲੋਕ ਖੱਤਰੀ ਮੂਲ ਦੇ ਦੱਸੇ ਜਾਂਦੇ ਸਨ, ਜਿਨ੍ਹਾਂ ਨੇ ਅਫਗਾਨ ਨਾਜ਼ਮਾਂ ਦੇ ਦਬਾਅ ਹੇਠ ਇਸਲਾਮ ਕਬੂਲ ਕੀਤਾ ਸੀ। ਦੋਵੇਂ ਹੀ ਇਤਨੇ ਸ਼ਕਤੀਸ਼ਾਲੀ ਕਬੀਲੇ ਸਨ ਅਤੇ ਉਹਨਾਂ ਦੇ ਮੁਖੀਆਂ ਨੇ ਕਦੇ ਅਫਗਾਨ ਨਾਜ਼ਮਾਂ ਨੂੰ ਵੀ ਖਿਰਾਜ ਨਹੀਂ ਧਾਰਿਆ ਸੀ। ਨਲਵੇ ਸਰਦਾਰ ਨੇ ਇਹਨਾਂ ਸ਼ਕਤੀਸ਼ਾਲੀ ਕਬੀਲਿਆਂ ਦੇ ਇਲਾਕਿਆਂ ਉੱਪਰ ਅਚਨਚੇਤ ਅੱਧੀ ਰਾਤ ਵੇਲੇ ਹਮਲਾ ਕੀਤਾ। ਟੇਕ ਸਿੰਘ ਸਿੱਧੂ ਅਤੇ ਹਾਕਮ ਸਿੰਘ ਦੀਆਂ ਸੈਨਿਕ ਟੁਕੜੀਆਂ ਦੀ ਸਹਾਇਤਾ ਨਾਲ ਇਹਨਾਂ ਵਿਰੁੱਧ ਤਿੰਨਾਂ ਪਾਸਿਓਂ ਜ਼ੋਰਦਾਰ ਹਮਲਾ ਕੀਤਾ ਗਿਆ। ਦੋਹਾਂ ਕਬੀਲਿਆਂ ਦੇ ਮੁਖੀ ਗੁਲਾਮ ਅਲੀ ਅਤੇ ਜ਼ੁਲਫਿਕਾਰ ਅਲੀ ਕੈਦ ਕਰ ਲਏ ਗਏ ਅਤੇ ਉਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਭੇਜ ਦਿੱਤਾ ਗਿਆ। ਇਸ ਸਾਰੇ ਇਲਾਕੇ ਦਾ ਬਣਦਾ ਪੂਰਾ ਮਾਲੀਆ ਵੀ ਉਗਰਾ ਲਿਆ ਗਿਆ। ਹਰੀ ਸਿੰਘ ਨਲਵਾ ਦੀ ਇਸ ਇੱਕੋ ਅਸਰਦਾਰ ਕਾਰਵਾਈ ਨਾਲ ਕਸ਼ਮੀਰ ਵਿੱਚ ਪੱਕੇ ਤੌਰ 'ਤੇ ਅਮਨ ਤੇ ਸ਼ਾਂਤੀ ਸੁਨਿਸ਼ਚਿਤ ਕਰ ਲਈ ਗਈ। ਇੱਥੇ ਵਰਣਨਯੋਗ ਗੱਲ ਇਹ ਹੈ ਕਿ ਕਸ਼ਮੀਰ ਵਿੱਚ ਅਮਨ ਸ਼ਾਂਤੀ ਦੀ ਅਜਿਹੀ ਹਾਲਤ ਮੁਗਲਾਂ ਅਫਗਾਨਾਂ ਦੇ ਸਮੇਂ ਵੀ ਕਦੇ ਨਹੀਂ ਬਣ ਸਕੀ ਸੀ। ਕਸ਼ਮੀਰ ਵਿੱਚ ਸਿਵਲ ਪ੍ਰਬੰਧ ਦੇ ਖੇਤਰ ਵਿੱਚ ਹਰੀ ਸਿੰਘ ਨਲਵਾ ਦੇ ਗਵਰਨਰਸ਼ਿਪ ਕਾਲ ਵਿੱਚ ਵਧੇਰੇ ਦਰਸ਼ਨੀ ਸੁਧਾਰ ਹੋਇਆ। 9-12 ਅਕਤੂਬਰ 1821 ਈਸਵੀ ਨੂੰ ਕਸ਼ਮੀਰ ਵਿੱਚ ਭਿਆਨਕ ਹੜ੍ਹ ਆਏ, ਜਿਨ੍ਹਾਂ ਨਾਲ ਬੇਮਿਸਾਲ ਤਬਾਹੀ ਹੋਈ। ਇਹਨਾਂ ਹੜ੍ਹਾਂ ਪਿੱਛੋਂ ਭੂਚਾਲ ਦੇ ਜ਼ੋਰਦਾਰ ਝਟਕੇ ਆਉਣ ਦਾ ਵੀ ਵਰਣਨ ਮਿਲਦਾ ਹੈ। ਲੋਕਾਂ ਦੇ ਅਣਗਿਣਤ ਘਰਾਂ, ਪੁਲਾਂ ਅਤੇ ਫਸਲਾਂ ਦੀ ਵੱਡੀ ਤਬਾਹੀ ਦੇ ਨਾਲ ਡੰਗਰ ਵੀ ਭਾਰੀ ਗਿਣਤੀ ਵਿੱਚ ਪਾਣੀ ਵਿੱਚ ਹੜ੍ਹ ਗਏ। ਸਿੱਟੇ ਵਜੋਂ ਕਸ਼ਮੀਰ ਦੇ ਚੋਖੇ ਇਲਾਕੇ ਵਿੱਚ ਕਾਲ ਪੈ ਗਿਆ ਅਤੇ ਲੋਕੀ ਭੁੱਖੇ ਮਰਨ ਲੱਗੇ। ਹਰੀ ਸਿੰਘ ਨੇ ਜਨਤਾ ਨੂੰ ਤੁਰੰਤ ਰਾਹਤ ਦੇਣ ਲਈ ਇਤਨੀ ਤੇਜ਼ੀ ਨਾਲ ਪ੍ਰਬੰਧ ਕੀਤੇ ਕਿ ਲੋਕੀ ਹੈਰਾਨ ਰਹਿ ਗਏ। ਕਣਕ ਅਤੇ ਚਾਵਲ 2 ਰੁਪਏ ਮਣ ਤਕਰੀਬਨ 36 ਕਿਲੋ ਦੇ ਰਿਆਇਤੀ ਦਰ ਨਾਲ ਉਪਲਬਧ ਕਰਵਾਏ ਗਏ। ਨਵੀਂ ਫਸਲ ਬੀਜਣ ਲਈ ਰਿਆਇਤੀ ਦਰ ਦੇ ਸੂਦ ਤੇ ਕਰਜ਼ੇ ਦਿੱਤੇ ਗਏ। ਸਰਕਾਰੀ ਚਾਰਾਗਾਹਾਂ ਵਿੱਚ ਡੰਗਰ ਚਰਾਉਣ ਲਈ ਲਏ ਜਾਂਦੇ ਕਰ ਘਟਾ ਦਿੱਤੇ ਗਏ।
ਟੈਕਸ ਇਕੱਠੇ ਕਰਨ ਦੀ ਵਿਧੀ ਸੁਖਾਲੀ ਬਣਾ ਦਿੱਤੀ ਗਈ। ਅਫਗਾਨੀ ਰਾਜ ਵਿੱਚ ਲਗਾਏ ਗਏ ਟੈਕਸਾਂ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਤਾਂ ਜੋ ਪਸ਼ਮੀਨਾ ਸ਼ਾਲ ਬਣਾਉਣ, ਉਹਨਾਂ ਦੀ ਕਢਾਈ ਅਤੇ ਕਾਗਜ਼ ਬਣਾਉਣ ਵਰਗੀਆਂ ਦਸਤਕਾਰੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਤੋਂ 1 ਸਾਲ ਲਈ ਜ਼ਮੀਨੀ ਮਾਲੀਆ ਦੀ ਮੰਗ ਘਟਾ ਦਿੱਤੀ ਗਈ, ਜਿਸ ਨਾਲ ਲੋਕਾਂ ਨੂੰ ਅਗਲੀ ਫਸਲ ਦੀ ਬਿਜਾਈ ਵਿੱਚ ਭਾਰੀ ਸਹੂਲਤ ਹੋਈ। ਜਨਮ ਅਤੇ ਵਿਆਹ ਸ਼ਾਦੀ ਸਮੇਂ ਉਗਰਾਏ ਜਾਂਦੇ ਵਿਸ਼ੇਸ਼ ਟੈਕਸ ਮਾਫ਼ ਕਰ ਦਿੱਤੇ ਗਏ। ਕੇਸਰ ਦੀ ਕਾਸ਼ਤ, ਜੋ ਹਿੰਦੂਆਂ ਲਈ ਮਨਾਹੀ ਸੀ, ਬਹਾਲ ਕਰ ਦਿੱਤੀ ਗਈ ਅਤੇ ਸਾਰੇ ਕਸ਼ਮੀਰ ਵਿੱਚ ਗਊ-ਕਸ਼ੀ ਉੱਪਰ ਵੀ ਰੋਕ ਲਗਾ ਦਿੱਤੀ ਗਈ। ਮੁਗਲ ਅਫਗਾਨ ਦਮਨਕਾਰੀ ਸ਼ਾਸਨਾਂ ਦੌਰਾਨ ਅਤੇ ਹੜ੍ਹਾਂ ਉਪਰੰਤ ਕਾਲ ਪੀੜਤ ਕਸ਼ਮੀਰੀ ਲੁਕਾਈ ਅਤੇ ਧਰਤੀ ਦੀ ਇਸ ਵਹਿਸ਼ਤ ਦੀ ਸ਼ਾਨ ਬਹਾਲ ਕਰਨ ਦਾ ਕਾਰਜ ਹਰੀ ਸਿੰਘ ਨਲਵਾ ਨੇ ਇਤਨੇ ਸਿਰੜ ਤੇ ਲਗਨ ਨਾਲ ਕੀਤਾ ਕਿ ਲਗਭਗ ਇੱਕੋ ਸਾਲ ਵਿੱਚ ਕੇਸਰ ਕਿਆਰੀਆਂ ਮਹਿਕ ਉੱਠੀਆਂ। ਸ਼ਾਲਾਂ ਦੀ ਕਢਾਈ ਕਰਨ ਵਾਲਿਆਂ ਦੀਆਂ ਸੂਈਆਂ ਤੇਜ਼ ਨਾਲ ਚੱਲਣ ਲੱਗੀਆਂ ਅਤੇ ਇੱਕੋ ਸਾਲ ਵਿੱਚ ਹੀ ਪਸ਼ਮੀਨੇ ਦੀਆਂ ਕਸ਼ਮੀਰੀ ਸ਼ਾਲਾਂ ਦੀ ਬਰਾਮਦ 36 ਲੱਖ ਨਾਨਕਸ਼ਾਹੀ ਰੁਪਇਆਂ ਤੱਕ ਜਾ ਪੁੱਜੀ। ਖਾਲਸਾ ਰਾਜ ਦੌਰਾਨ ਪਸ਼ਮੀਨੇ ਦੇ ਸ਼ਾਲ ਯੂਰਪੀ ਦੇਸ਼ਾਂ ਤੱਕ ਬਰਾਮਦ ਕੀਤੇ ਜਾਂਦੇ ਸਨ। ਲਾਹੌਰ, ਅੰਮ੍ਰਿਤਸਰ ਦੇ ਸਰਦੇ ਪੁੱਜਦੇ ਘਰਾਂ ਵਿੱਚ ਕਸ਼ਮੀਰੀ ਹਿੰਦੂਆਂ ਪਾਸੋਂ ਜੋਰੀ ਲਈ ਜਾਂਦੇ ਬੇਗਾਰ ਪੂਰੀ ਤਰ੍ਹਾਂ ਖਤਮ ਕੀਤੀ ਗਈ ਅਤੇ ਕਸ਼ਮੀਰੀ ਹਿੰਦੂਆਂ ਉੱਪਰ ਸਿਰ 'ਤੇ ਪਗੜੀ ਨਾ ਬੰਨ੍ਹ ਸਕਣ ਅਤੇ ਰੇਸ਼ਮੀ ਕੱਪੜੇ ਨਾ ਪਹਿਨਣ ਵਰਗੀਆਂ ਸ਼ਰਮਸਾਰ ਰੋਕਾਂ ਦੇ ਬੰਦਸ਼ਾਂ ਦਾ ਅੰਤ ਕਰਕੇ ਉਹਨਾਂ ਦਾ ਸਵੈਮਾਨ ਬਹਾਲ ਕੀਤਾ ਗਿਆ। ਹਰੀ ਸਿੰਘ ਨੇ ਅਫਗਾਨੀ ਅਤੇ ਮੁਗਲਈ ਸਿੱਕਿਆਂ ਦੀ ਵਰਤੋਂ ਉੱਪਰ ਪੱਕੇ ਤੌਰ 'ਤੇ ਰੋਕ ਲਗਾ ਕੇ ਖਾਲਸਾ ਦਰਬਾਰ ਦਾ ਇੱਕੋ ਇੱਕ ਪ੍ਰਮਾਣਿਤ ਨਾਨਕਸ਼ਾਹੀ ਸਿੱਕਾ, ਕਾਨੂੰਨੀ ਸਿੱਕਾ ਪ੍ਰਚਲਿਤ ਕਰਨ ਦਾ ਫੈਸਲਾ ਕਰ ਦਿੱਤਾ। ਇਸੇ ਲਈ ਕਸ਼ਮੀਰੀਆਂ ਵਿੱਚ ਇਸ ਸਿੱਕੇ ਦਾ ਨਾਂ ਹਰੀ ਸਿੰਘ ਸਿੱਕਾ ਪ੍ਰਚਲਿਤ ਹੋ ਗਿਆ ਅਤੇ ਇਹ ਸਿੱਕਾ 19ਵੀਂ ਸਦੀ ਦੇ ਅੰਤ ਤੱਕ ਚੱਲਦਾ ਰਿਹਾ। ਮਾਪ-ਤੋਲ ਦੇ ਵੱਟਿਆਂ ਆਦਿ ਦਾ ਵੀ ਪ੍ਰਮਾਣੀਕਰਨ ਕੀਤਾ ਗਿਆ। ਉਪਰੋਕਤ ਸਭ ਦੂਰ ਰਸੀ ਸੁਧਾਰਾਂ ਸਦਕਾ ਹੀ ਕੈਪਟਨ ਵੇਡ ਨੇ ਆਪਣੀ ਇੱਕ ਗਵਰਨਰ ਜਨਰਲ ਵੱਲ ਭੇਜੀ ਰਿਪੋਰਟ ਵਿੱਚ ਲਿਖਿਆ ਸੀ, ਹਰੀ ਸਿੰਘ ਨੂੰ ਪਹਿਲਾਂ ਕਸ਼ਮੀਰ ਵਿੱਚ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਆਪਣੇ 2 ਸਾਲ ਦੇ ਕਾਰਜਕਾਲ ਵਿੱਚ ਹੀ ਹਰੀ ਸਿੰਘ ਸਿੱਖਾਂ ਦਾ ਸਭ ਤੋਂ ਸਿਆਣਾ ਅਤੇ ਲੋਕਪ੍ਰਿਯ ਨਾਜ਼ਮ ਗਵਰਨਰ ਕਰਕੇ ਪ੍ਰਸਿੱਧ ਹੋਇਆ। ਕਿਹਾ ਇਹ ਵੀ ਜਾਂਦਾ ਹੈ ਕਿ ਆਮ ਕਸ਼ਮੀਰੀ ਲੋਕ ਹਰੀ ਸਿੰਘ ਦੀ ਕਸ਼ਮੀਰ ਨੂੰ ਦੇਣ ਦੇ ਇਤਨੇ ਪ੍ਰਸ਼ੰਸਕ ਬਣ ਗਏ ਸਨ ਕਿ ਉਹਨਾਂ ਵਿੱਚੋਂ ਕਈ ਹਰੀ ਸਿੰਘ ਨਲਵਾ ਦੀ ਗੁਜਰਾਂਵਾਲੀ ਵਾਲੀ ਜਗੀਰ ਵਿੱਚ ਹੀ ਆ ਕੇ ਆਬਾਦ ਹੋ ਗਏ ਸਨ। ਹਰੀ ਸਿੰਘ ਖਾਲਸਾ ਰਾਜ ਦੀਆਂ ਹੱਦਾਂ ਸੁਰੱਖਿਅਤ ਰੱਖਣ ਸੰਬੰਧੀ ਚੋਖਾ ਸੁਚੇਤ ਸੀ। ਇਸ ਲਈ ਉਹ ਲੇਹ ਲਦਾਖ ਦੇ ਇਲਾਕੇ ਕਸ਼ਮੀਰ ਨਾਲ ਰਲਾਉਣ ਲਈ ਉਤਸੁਕ ਸੀ। ਅੰਗਰੇਜ਼ ਕੂਟਨੀਤਿਕ ਕਾਰਵਾਈਆਂ ਕਰਕੇ ਮਹਾਰਾਜੇ ਨੇ ਹਰੀ ਸਿੰਘ ਨੂੰ ਲੇਹ ਲਦਾਖ ਦੀ ਜਿੱਤ ਦੀ ਆਗਿਆ ਤਾਂ ਦੇ ਦਿੱਤੀ, ਪਰ ਹਰੀ ਸਿੰਘ ਨਲਵਾ ਨੇ ਲਦਾਖ ਦੇ ਰਾਜੇ ਤੋਂ ਖਿਰਾਜ ਉਗਰਾ ਲਿਆ ਅਤੇ ਇਸ ਪ੍ਰਕਾਰ ਲਦਾਖ ਦੇ ਖੇਤਰ ਵਿੱਚ ਖਾਲਸਾ ਸਰਕਾਰ ਦੀ ਪ੍ਰਮੁੱਖਤਾ ਮਨਵਾ ਲਈ। ਕਸ਼ਮੀਰ ਦੀ ਜਿੱਤ ਉਪਰੰਤ ਖਾਲਸਾ ਰਾਜ ਦੇ ਉੱਤਰ ਪੱਛਮੀ ਸਰਹੱਦਾਂ ਦੀ ਸੁਰੱਖਿਆ ਦੀ ਸਮੱਸਿਆ ਬੜੀ ਗੰਭੀਰ ਬਣ ਗਈ ਸੀ, ਕਿਉਂਕਿ ਹਜ਼ਾਰਾਂ ਦੇ ਰਸਤੇ ਹੀ ਅਫਗਾਨ ਕਬਾਇਲੀ ਕਸ਼ਮੀਰ ਵੱਲ ਆਉਂਦੇ ਸੀ। ਹਜ਼ਾਰਾਂ ਖੇਤਰ ਦੇ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤ ਤਾਂ ਲਏ ਸਨ, ਪਰ ਇੱਥੇ ਸੁਰੱਖਿਆ ਵਿਵਸਥਾ ਸੰਗਠਿਤ ਨਹੀਂ ਹੋ ਸਕੀ ਸੀ। ਅਫਗਾਨ ਅਟਕਦੇ ਰਸਤੇ ਕਸ਼ਮੀਰ 'ਤੇ ਲਗਾਤਾਰ ਹਮਲੇ ਕਰਦੇ ਅਤੇ ਕਸ਼ਮੀਰ ਉੱਪਰ ਅਧਿਕਾਰ ਦਾ ਦਾਅਵਾ ਵੀ ਕਰਦੇ ਸਨ। 1813 ਵਿੱਚ ਅਟਕਦੀ ਜਿੱਤ ਉਪਰੰਤ ਉੱਥੋਂ ਮਾਲੀਆ ਉਗਰਾਉਣਾ ਅਤੇ ਅਮਨ ਸ਼ਾਂਤੀ ਬਣਾ ਕੇ ਪੂਰਨ ਤੌਰ 'ਤੇ ਸਰਕਾਰੀ ਅਧਿਕਾਰ ਜਮਾਉਣਾ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ। ਕਸ਼ਮੀਰ ਉੱਪਰ ਫਤਿਹ ਖਾਨ ਨੇ ਹਮਲਾ ਕਰਨ ਦਾ ਹਿਆ ਵੀ ਕੀਤਾ। ਇਸੇ ਦੌਰਾਨ ਰਾਵਲਪਿੰਡੀ ਦਾ ਸਿੱਖ ਸੂਬੇਦਾਰ ਮੱਖਣ ਸਿੰਘ ਅਤੇ ਹਜ਼ਾਰੇ ਦਾ ਨਾਜ਼ਮ ਅਮਰ ਸਿੰਘ ਕਲਾਂ ਮਜੀਠੀਆ ਦੇ ਪਠਾਨਾਂ ਹੱਥੋਂ ਮਾਰੇ ਜਾਣ ਕਾਰਨ ਖਾਲਸਾ ਦਰਬਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਕਾਰ ਨੂੰ ਕਾਫੀ ਹਾਨੀ ਪੁੱਜੀ। ਹੁਕਮਾ ਸਿੰਘ ਚਿਮਨੀ, ਕੰਵਰ ਸ਼ੇਰ ਸਿੰਘ, ਤਾਰਾ ਸਿੰਘ ਅਤੇ ਸਰਦਾਰਨੀ ਸਦਾ ਕੌਰ ਅਧੀਨ ਭੇਜੀਆਂ ਫੌਜਾਂ ਨੂੰ ਵੀ ਕੋਈ ਸਫਲਤਾ ਨਾ ਮਿਲੀ। ਦੀਵਾਨ ਮੋਤੀ ਰਾਮ ਦਾ ਪੁੱਤਰ ਰਾਮ ਦਿਆਲ, ਜੋ ਹਜ਼ਾਰੇ ਦਾ ਨਾਜ਼ਮ ਸੀ, ਵੀ ਇਸੇ ਸਮੇਂ ਪਠਾਨਾਂ ਹੱਥੋਂ ਮਾਰਿਆ ਗਿਆ।
ਅਜਿਹੇ ਗੰਭੀਰ ਹਾਲਾਤ ਦੇ ਟਾਕਰੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਖਰੂਦੀ ਕਬੀਲੀ ਇਲਾਕਿਆਂ ਵਿੱਚ ਹਰੀ ਸਿੰਘ ਨਲਵਾ ਦੀ ਨਿਯੁਕਤੀ ਕਰਨ ਦਾ ਫੈਸਲਾ ਕੀਤਾ। ਮਹਾਰਾਜੇ ਨੂੰ ਪੂਰੀ ਜਾਣਕਾਰੀ ਸੀ ਕਿ ਕੁਝ ਹੀ ਸਮਾਂ ਪਹਿਲਾਂ ਹਰੀ ਸਿੰਘ ਨੇ ਕਸ਼ਮੀਰ ਦੀ ਜਿੱਤ ਪਿੱਛੋਂ ਹਜ਼ਾਰਾ ਇਲਾਕੇ ਵਿੱਚ ਪਹਿਲੀ ਜਿੱਤ ਪ੍ਰਾਪਤ ਕਰਕੇ ਇੱਥੋਂ ਮਾਲੀਆ ਉਗਰਾ ਲਿਆ ਸੀ ਅਤੇ ਬਾਕਾਇਦਾ ਪ੍ਰਬੰਧ ਵਿਵਸਥਾ ਸੰਗਠਿਤ ਕਰਨ ਲਈ ਤਾਰਬੇਲਾ ਵਿਖੇ ਥਾਣਾ ਵੀ ਕਾਇਮ ਕਰ ਲਿਆ ਸੀ। ਇਸੇ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ ਹਰੀ ਸਿੰਘ ਦੀ ਕਾਬਲੀਅਤ ਸਦਕਾ ਉਸ ਨੂੰ ਕਸ਼ਮੀਰ ਤੋਂ ਹਜ਼ਾਰਾ ਵਿਖੇ ਭੇਜਿਆ ਗਿਆ। ਸਰਦਾਰ ਹਰੀ ਸਿੰਘ ਨਲਵੇ ਦੇ ਜੀਵਨ ਦੇ ਅਗਲੇ 15 ਸਾਲ 1822 ਤੋਂ ਲੈ ਕੇ 1837 ਤੱਕ ਹਜ਼ਾਰਾਂ ਤੋਂ ਪੇਸ਼ਾਵਰ ਤੱਕ ਦੇ ਇਲਾਕਿਆਂ ਵਿੱਚ ਹੀ ਗੁਜ਼ਰੇ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦੀ ਉੱਤਰ ਪੱਛਮੀ ਸੀਮਾ ਖੈਬਰ ਅਤੇ ਕਰਾਕੁਰਮ ਦਰਿਆ ਤੱਕ ਨਿਸ਼ਚਿਤ ਕਰਨ ਦਾ ਜੋ ਸੰਕਲਪ ਸਭ ਤੋਂ ਪਹਿਲਾਂ ਅਸ਼ੋਕ ਅਤੇ ਫਿਰ ਅਕਬਰ ਵਰਗੇ ਮਹਾਨ ਸਮਰਾਟਾਂ ਦੁਆਰਾ ਚਿਤਵਿਆ ਗਿਆ ਸੀ, ਉਸ ਤੋਂ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਸੁਪ੍ਰਸਿੱਧ ਜਰਨੈਲ ਹਰੀ ਸਿੰਘ ਨਲਵਾ ਨੇ ਇਹੀ ਹੱਦਾਂ ਨਿਸ਼ਚਿਤ ਕਰਕੇ ਇਤਿਹਾਸ ਦੀ ਮੁਹਾੜ ਮੋੜੀ ਸੀ। ਉਹਨਾਂ ਦੀ ਇਸ ਕਾਰਗਰ ਨੀਤੀ ਸਦਕਾ ਹੀ ਅਫਗਾਨੀ ਧਾੜਵੀਆਂ ਦਾ ਪੰਜਾਬ ਦੇ ਮੈਦਾਨਾਂ ਵੱਲ ਕੇਂਦਰੀ ਏਸ਼ੀਆ ਅਤੇ ਅਫਗਾਨਿਸਤਾਨ ਦੇ ਪਹਾੜਾਂ ਵੱਲੋਂ ਆਉਣਾ ਬੰਦ ਹੋ ਗਿਆ ਸੀ। ਇਸੇ ਨੀਤੀ ਨੂੰ ਅੰਗਰੇਜ਼ੀ ਬਸਤੀਵਾਦੀ ਸਾਮਰਾਜੀ ਸਰਕਾਰ ਨੇ ਕਾਇਮ ਰੱਖਿਆ। ਪਰ 1947 ਵਿੱਚ ਭਾਰਤੀ ਉਪ ਮਹਾਦੀਪ ਦੀ ਵੰਡ ਕਾਰਨ ਜਦੋਂ ਨਵੀਆਂ ਹੱਦਾਂ ਉਲੀਕੀਆਂ ਗਈਆਂ ਤਾਂ ਇਹ ਸੰਤੁਲਨ ਕਾਇਮ ਨਾ ਰਹਿ ਸਕਿਆ ਅਤੇ ਪਾਕਿਸਤਾਨੀ ਨੇਤਾਵਾਂ ਨੇ ਇਸ ਖਿੱਤੇ ਵਿੱਚ ਇਸਲਾਮੀ ਪਸਾਰਵਾਦ ਨੂੰ ਪੁਨਰ ਸੁਰਜੀਤ ਕਰਨ ਲਈ ਕਸ਼ਮੀਰ ਉੱਪਰ ਅਖੌਤੀ ਕਬੀਲਿਆਂ ਦੇ ਹਮਲੇ ਦਾ ਵਵੇਲਾ ਪੈਦਾ ਕਰਕੇ ਦੱਖਣੀ ਏਸ਼ੀਆ ਦੀ ਨਵੀਂ ਰਾਜਨੀਤਿਕ ਬਣਤਰ ਵਿੱਚ ਕਸ਼ਮੀਰ ਸਮੱਸਿਆ ਦਾ ਹਊਆ ਖੜਾ ਕਰ ਦਿੱਤਾ ਤਾਂ ਜੋ ਭਾਰਤੀ ਉਪ ਮਹਾਦੀਪ ਦੇ ਨਕਸ਼ੇ 'ਤੇ ਪਾਕਿਸਤਾਨ ਦੀ ਹੋਂਦ ਦੀ ਅਨੁਕੂਲਤਾ ਨੂੰ ਪ੍ਰਾਸੰਗਿਕ ਬਣਾਇਆ ਜਾ ਸਕੇ। ਇਸੇ ਸੰਦਰਭ ਵਿੱਚ ਇਤਿਹਾਸਕਾਰੀ ਕਿਆਸ ਅਰਾਈਆਂ ਅਨੁਸਾਰ ਜੇ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਵਿੱਚ ਕੁਝ ਸਮਾਂ ਹੋਰ ਮਿਲ ਜਾਂਦਾ ਤਾਂ ਸ਼ਾਇਦ ਵਰਤਮਾਨ ਕਸ਼ਮੀਰ ਦੀਆਂ ਪ੍ਰਸਥਿਤੀਆਂ ਵਿੱਚ ਇਸ ਪ੍ਰਕਾਰ ਦਾ ਬਦਲਾਅ ਆ ਜਾਂਦਾ ਕਿ ਪਾਕਿਸਤਾਨ ਲਈ ਅਜਿਹਾ ਕਰਨਾ ਸੰਭਵ ਹੀ ਨਾ ਹੋ ਸਕਦਾ। 19ਵੀਂ ਸਦੀ ਦੇ ਪਹਿਲੇ 2 ਦਹਾਕਿਆਂ ਦੇ ਅੰਤ ਤੱਕ ਬਰਤਾਨਵੀ ਬਸਤੀਵਾਦ ਨੇ ਭਾਰਤੀ ਉਪ ਮਹਾਦੀਪ ਦੇ ਚੋਖੇ ਇਲਾਕੇ ਉੱਤੇ ਆਪਣਾ ਅਧਿਕਾਰ ਜਮਾ ਲਿਆ ਸੀ। ਦੱਖਣ ਤੋਂ ਗੰਗਾ ਜਮਨਾ ਦੇ ਵਿਸ਼ਾਲ ਉਪਜਾਊ ਮੈਦਾਨ ਤੱਕ ਅਤੇ ਪੂਰਬ ਵਿੱਚ ਕਲਕੱਤੇ ਤੋਂ ਪੱਛਮ ਵਿੱਚ ਮਹਾਰਾਸ਼ਟਰ, ਮੁੰਬਈ, ਗੁਜਰਾਤ ਅਤੇ ਰਾਜਪੂਤਾਨੇ ਦੇ ਖੇਤਰ ਤੱਕ ਮੁਗਲ ਸਮਰਾਟ ਦਾ ਅਧਿਕਾਰ ਰਾਜ ਨਾ ਮਾਤਰ ਹੀ ਰਹਿ ਗਿਆ ਸੀ। ਮੁਗਲਾਂ ਦੇ ਵੱਡੇ ਵੱਡੇ ਮਨਸਬਦਾਰਾਂ ਜਾਂ ਨਾਜ਼ਮਾਂ ਅਤੇ ਮਰਾਠਾ ਸੰਗਠਨ ਦੇ ਜਰਨੈਲਾਂ ਨੇ ਅੰਗਰੇਜ਼ ਈਸਟ ਇੰਡੀਆ ਕੰਪਨੀ ਨੂੰ ਸਰਵ ਉੱਚ ਅਤੇ ਸ਼ਕਤੀਸ਼ਾਲੀ ਮੰਨ ਕੇ ਇਸ ਦੀ ਪ੍ਰਮੁੱਖਤਾ ਅਧੀਨਗੀ ਪ੍ਰਵਾਨ ਕਰ ਰੱਖੀ ਸੀ। ਸਿੱਟੇ ਵਜੋਂ ਮੁਸਲਮਾਨਾਂ ਵਿੱਚ ਹੀਨ ਭਾਵਨਾ ਅਤੇ ਬੇਚੈਨੀ ਪਸਰਨ ਲੱਗੀ। ਇਸ ਸਥਿਤੀ ਦੇ ਟਾਕਰੇ ਲਈ ਕੱਟੜਪੰਥੀ ਮੁਸਲਮਾਨ ਮੁਲਾਨਿਆਂ ਨੇ ਵਹਾਬੀ ਲਹਿਰ ਦਾ ਭਾਰਤ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਰਾਏ ਬਰੇਲੀ ਵਰਤਮਾਨ ਉੱਤਰ ਪ੍ਰਦੇਸ਼ ਵਿੱਚ 1796 ਈਸਵੀ ਵਿੱਚ ਜਨਮੇ ਸੱਯਦ ਅਹਿਮਦ ਵੱਲੋਂ ਚਲਾਈ ਤਰਗੀਬ-ਏ-ਮੁਹੰਮਦੀਆ ਨਾਂ ਦੀ ਇਸਲਾਮੀ ਸੁਧਾਰ ਲਹਿਰ ਦਾ ਮੁੱਖ ਨਾਅਰਾ ਕਾਫਰਾਂ ਨੂੰ ਭਾਰਤ ਵਿੱਚੋਂ ਕੱਢਣ ਦਾ ਸੀ। ਦਿੱਲੀ ਦੇ ਸ਼ਾਹ ਇਸਮਾਇਲ ਅਤੇ ਮੌਲਵੀ ਅਬਦੁਲ ਹਈ ਉਸ ਦੇ ਉੱਘੇ ਸਾਥੀ ਬਣੇ। ਸੱਯਦ ਅਹਿਮਦ ਨੇ ਕਲਕੱਤੇ ਤੋਂ ਦਿੱਲੀ ਤੱਕ ਦੇ ਵਿਸ਼ਾਲ ਖੇਤਰ ਵਿੱਚ ਕਈ ਥਾਈਂ ਮੁਸਲਮਾਨਾਂ ਦੇ ਵੱਡੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਦਿੱਲੀ ਦੇ ਨਾਮ ਨਿਹਾਦ ਮੁਗਲ ਬਾਦਸ਼ਾਹ ਅਤੇ ਕਈ ਮੁਸਲਮਾਨ ਨਵਾਬਾਂ ਨੇ ਉਸ ਦੀ ਮਾਇਕ ਸਹਾਇਤਾ ਵੀ ਕੀਤੀ ਅਤੇ ਉਸ ਦੁਆਲੇ ਲਗਭਗ 1 ਲੱਖ ਮੁਸਲਮਾਨਾਂ ਦੀ ਵਖੀਰ ਇਕੱਠੀ ਕਰ ਲਈ। ਇਸਲਾਮੀ ਪਰਿਭਾਸ਼ਾ ਵਿੱਚ ਤਾਂ ਅੰਗਰੇਜ਼ ਹੀ ਕਾਫਰ ਹਨ, ਪਰ ਸੱਯਦ ਅਹਿਮਦ ਬਰੇਲਵੀ ਨੇ ਅਹਿਮਦਾਬਾਦ ਦੇ ਸ਼ੇਖ ਗੁਲਾਮ ਅਲੀ ਰਈਸ ਰਾਹੀਂ ਉੱਤਰ ਪੱਛਮੀ ਸਰਹੱਦ ਸੂਬੇ ਵਰਤਮਾਨ ਉੱਤਰ ਪ੍ਰਦੇਸ਼ ਦੇ ਉਪ ਗਵਰਨਰ ਨੂੰ ਇਹ ਸਪਸ਼ਟ ਕਰ ਦਿੱਤਾ ਕਿ ਉਸ ਦੀ ਜਿਹਾਦੀ ਲਹਿਰ ਕੇਵਲ ਸਿੱਖਾਂ ਵਿਰੁੱਧ ਹੀ ਸੀ, ਜਿਨ੍ਹਾਂ ਨੇ ਲਾਹੌਰ ਅਤੇ ਇਸ ਤੋਂ ਪਾਰਲੇ ਵਿਸ਼ਾਲ
ਮੁਸਲਮਾਨੀ ਬਹੁ ਗਿਣਤੀ ਵਾਲੇ ਖੇਤਰ ਵਿੱਚ ਆਪਣਾ ਰਾਜ ਬਣਾ ਰੱਖਿਆ ਸੀ ਅਤੇ ਉਹ ਮੁਸਲਮਾਨਾਂ ਉੱਤੇ ਜ਼ੁਲਮ ਕਰ ਰਹੇ ਹਨ। ਸੱਯਦ ਅਹਿਮਦ ਦਾ ਇਹ ਵੀ ਪ੍ਰਚਾਰ ਸੀ ਕਿ ਸਿੱਖ ਮੁਸਲਮਾਨਾਂ ਨੂੰ ਨਮਾਜ਼ ਲਈ ਅਜਾਬਾਗ ਨਹੀਂ ਦੇਣ ਦਿੰਦੇ ਸਨ ਅਤੇ ਉਹਨਾਂ ਨੇ ਗਊ ਕਸ਼ੀ ਵੀ ਬੰਦ ਕਰ ਰੱਖੀ ਸੀ। ਗਵਰਨਰ ਨੇ ਸੱਯਦ ਅਹਿਮਦ ਦੇ ਪੱਤਰ ਦੇ ਉੱਤਰ ਵਿੱਚ ਇਹ ਲਿਖ ਭੇਜਿਆ ਕਿ ਅੰਗਰੇਜ਼ੀ ਸਰਕਾਰ ਨੂੰ ਅਜਿਹੇ ਪ੍ਰਚਾਰ ਸੰਬੰਧੀ ਉਤਨੀ ਦੇਰ ਕੋਈ ਇਤਰਾਜ਼ ਨਹੀਂ ਹੋਵੇਗਾ ਜਦੋਂ ਤੱਕ ਇਸ ਨਾਲ ਅਮਨ ਕਾਨੂੰਨ ਵਿੱਚ ਕੋਈ ਗੜਬੜ ਨਾ ਹੋਵੇ। 1822 ਈਸਵੀ ਵਿੱਚ ਸੱਯਦ ਅਹਿਮਦ ਆਪਣੀ ਇਸ ਲਹਿਰ ਦੀ ਸਫਲਤਾ ਲਈ ਦੁਆ ਅਰਦਾਸ ਕਰਨ ਲਈ ਮੱਕੇ ਚਲਾ ਗਿਆ। ਉੱਥੋਂ ਦੇ ਵਹਾਬੀਆਂ ਸੁਧਾਰਕਾਂ ਨਾਲ ਸੰਪਰਕ ਕਰਕੇ ਉਸ ਨੇ ਪ੍ਰਚਾਰ ਕੀਤਾ ਕਿ ਉਸ ਦਾ ਨਿਸ਼ਚਾ ਹਿੰਦੁਸਤਾਨ ਦੇ ਹਰੇਕ ਜ਼ਿਲ੍ਹੇ ਵਿੱਚ ਮੁਹੰਮਦੀ ਜਾਂ ਹਲਾਲੀ ਚੰਨ ਤਾਰੇ ਵਾਲਾ ਝੰਡਾ ਗੱਡਣਾ ਸੀ। ਪਰ ਸੱਯਦ ਅਹਿਮਦ ਨਾਲੋਂ ਨਾਲ ਇਹ ਵੀ ਜ਼ੋਰਦਾਰ ਪ੍ਰਚਾਰ ਕਰਦਾ ਸੀ ਕਿ ਉਸ ਦਾ ਜਹਾਦ ਹਾਲ ਦੀ ਘੜੀ ਕੇਵਲ ਸਿੱਖਾਂ ਵਿਰੁੱਧ ਹੀ ਸੀ। ਇਸ ਲਈ ਭਾਰਤ ਵਿਚਲੀ ਅੰਗਰੇਜ਼ੀ ਸਰਕਾਰ ਨੇ ਇਸ ਲਹਿਰ ਪ੍ਰਤੀ ਨਾ ਰੱਦ ਨਾ ਕਬੂਲ ਵਾਲੀ ਨੀਤੀ ਬਣਾਈ ਰੱਖੀ। ਇਹ ਸ਼ਾਇਦ ਉਹਨਾਂ ਦੀ ਕੂਟਨੀਤਿਕ ਨੀਤੀ ਦੇ ਅਨੁਕੂਲ ਵੀ ਸੀ। ਸੱਯਦ ਅਹਿਮਦ ਮੌਕੇ ਤੋਂ ਵਾਪਸੀ ਉਪਰੰਤ ਖੁੱਲ੍ਹੇ ਤੌਰ 'ਤੇ ਆਪਣੀ ਇਸ ਲਹਿਰ ਲਈ ਜਹਾਦੀ ਭਰਤੀ ਕਰਦਾ ਅਤੇ ਨਾਲ ਹੀ ਪੈਸੇ ਅਤੇ ਹਥਿਆਰਾਂ ਦੀ ਸਹਾਇਤਾ ਵੀ ਮੰਗਦਾ ਰਿਹਾ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੱਕੇ ਵੱਲੋਂ ਵਾਪਸੀ ਸਮੇਂ ਉਹ ਤੁਰਕੀ ਤੇ ਮੁਲਤਾਨ ਅਤੇ ਕਾਬਲ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਖਾਨ ਨੂੰ ਵੀ ਮਿਲਿਆ ਅਤੇ ਉਹਨਾਂ ਪਾਸੋਂ ਉਸਨੇ ਸਿੱਖਾਂ ਵਿਰੁੱਧ ਜਹਾਦ ਲਈ ਸਹਾਇਤਾ ਵੀ ਮੰਗੀ। ਆਖਰ 1827 ਈਸਵੀ ਵਿੱਚ ਹੈਦਰ ਝੰਡਾ ਝੁਲਾਉਂਦੇ ਹੋਏ ਸੱਯਦ ਅਹਿਮਦ ਅਤੇ ਉਸ ਦੇ ਪੈਰੋਕਾਰ ਖੈਰਪੁਰ ਸਿੰਧ ਦੇ ਰਸਤੇ ਕੰਧਾਰ ਪੁੱਜੇ ਪਰ ਉਸ ਨੂੰ ਬਰਕਜ਼ੀਆ ਵੱਲੋਂ ਪੂਰੀ ਸਹਾਇਤਾ ਨਾ ਮਿਲੀ। ਇਸ ਤੋਂ ਅੱਗੋਂ ਕਾਬਲ ਦਰਿਆ ਪਾਰ ਕਰਕੇ ਉਹ ਪੰਜਤਾਰ ਪੁੱਜੇ ਅਤੇ ਅਕੌਮ ਖੱਟਰ ਦੇ ਮੈਦਾਨ ਵਿੱਚ ਜਾ ਇਕੱਠੇ ਹੋਏ ਜਿੱਥੇ ਉਹਨਾਂ ਖੈਰਾਬਾਦ ਦੇ ਕਿਲ੍ਹੇ ਦਾ ਘੇਰਾ ਘੱਤ ਲਿਆ। ਇੱਥੇ ਕਿਲ੍ਹੇਦਾਰ ਬੁੱਧ ਸਿੰਘ ਸੰਧਾਵਾਲੀਆ ਕੋਲ ਇਸ ਅਚਨਚੇਤੀ ਹਮਲੇ ਦਾ ਟਾਕਰਾ ਕਰਨ ਲਈ ਲੋੜੀਂਦੀ ਫੌਜ ਅਤੇ ਅਸਲਾ ਨਹੀਂ ਸੀ। ਉਸ ਨੇ ਛੱਛ ਦੇ ਮੈਦਾਨ ਵਿੱਚ ਮਾਲੀਆ ਉਗਰਾਉਂਦੇ ਹਰੀ ਸਿੰਘ ਨਲਵੇ ਤੋਂ ਸਹਾਇਤਾ ਮੰਗੀ। ਹਰੀ ਸਿੰਘ ਕੋਲ ਇਸ ਸਮੇਂ ਕੇਵਲ 8000 ਸੈਨਿਕ ਸਨ। ਉਹ ਛੇਤੀ ਹੀ ਖੈਰਾਬਾਦ ਪੁੱਜ ਗਿਆ। ਸੱਯਦ ਅਹਿਮਦ ਦੀ ਵਹੀਰ ਹਰੀ ਸਿੰਘ ਦੇ ਸਿੱਖਿਅਤ ਮਰਜੀਵੜੀਆਂ ਦਾ ਟਾਕਰਾ ਨਾ ਕਰ ਸਕੀ ਅਤੇ ਉਹਨਾਂ ਨੂੰ ਪਿੱਛੇ ਹਟਣਾ ਪਿਆ। ਸਿੱਟੇ ਵਜੋਂ ਸੱਯਦ ਅਹਿਮਦ ਅਤੇ ਉਸ ਦੇ ਜਹਾਦੀ ਅਣਜਾਣੇ ਖੇਤਰ ਵਿੱਚ ਥਾਂ ਪਰ ਥਾਂ ਸ਼ਰਨ ਲੈਣ ਲਈ ਭੱਜ ਉੱਠੇ। ਇਸੇ ਦੌਰਾਨ ਬਰਕਜ਼ਈ ਅਤੇ ਯੂਸਫਜ਼ਈ ਕਬੀਲਿਆਂ ਦੇ ਆਗੂਆਂ ਨੇ ਸੱਯਦ ਅਹਿਮਦ ਦੀਆਂ ਧੱਕੜਸ਼ਾਹੀ ਚਾਲਾਂ ਅਤੇ ਨਿੱਤ ਵਧੀਕੀਆਂ ਮੰਗਾਂ ਵਿਸ਼ੇਸ਼ ਕਰਕੇ ਹਿੰਦੁਸਤਾਨੀ ਮੁਸਲਮਾਨਾਂ ਨਾਲ ਅਫਗਾਨੀ ਔਰਤਾਂ ਦੇ ਨਿਕਾਹ ਵਿਆਹ ਕਰਾਉਣ ਦੇ ਪ੍ਰਚਾਰ ਦਾ ਬੁਰਾ ਮਨਾਇਆ ਜਿਸ ਕਰਕੇ ਉੱਥੋਂ ਛੇਤੀ ਸੱਯਦ ਅਹਿਮਦ ਨੂੰ ਕਸ਼ਮੀਰ ਦੀਆਂ ਪਹਾੜੀਆਂ ਵੱਲ ਖਿਸਕਣਾ ਪਿਆ। ਇੱਥੇ ਹਰੀ ਸਿੰਘ ਨਲਵਾ ਅਤੇ ਐਲਾਟ ਦੇ ਤੋਪਖਾਨਿਆਂ ਨੇ ਉਸ ਦੇ ਅਖੌਤੀ ਜਹਾਦੀਆਂ ਨੂੰ ਪਛਾੜਿਆ ਪਰ 1-2 ਮਹੀਨਿਆਂ ਵਿੱਚ ਹੀ ਸੱਯਦ ਨੇ ਜਹਾਦੀਆਂ ਦੀ ਵਹੀਰ ਫੇਰ ਖੜੀ ਕਰ ਲਈ ਅਤੇ ਉਸ ਨੇ ਸੁਲਤਾਨ ਮੁਹੰਮਦ ਖਾਂ ਬਰਕਜ਼ਈ ਉੱਪਰ ਹਮਲਾ ਕਰਕੇ ਪੇਸ਼ਾਵਰ 'ਤੇ ਕਬਜ਼ਾ ਕਰ ਲਿਆ। ਉਸ ਸਮੇਂ ਪੇਸ਼ਾਵਰ ਮੁਲਤਾਨ ਮੁਹੰਮਦ ਖਾਂ ਬਰਕਜ਼ਈ ਕੋਲ ਸੀ ਅਤੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਖਿਰਾਜ ਭਰਦਾ ਸੀ। ਇਸ ਸਫਲਤਾ ਨਾਲ ਸੱਯਦ ਅਹਿਮਦ ਦਾ ਹੌਸਲਾ ਵੱਧ ਗਿਆ ਅਤੇ ਉਸ ਨੇ ਆਪਣੇ ਖਲੀਫਾ ਹੋਣ ਦਾ ਐਲਾਨ ਕਰਕੇ ਆਪਣੇ ਨਾਂ 'ਤੇ ਸਿੱਕਾ ਵੀ ਚਲਾਇਆ। ਪਰ ਸਥਾਨਕ ਕਬੀਲਿਆਂ ਵਿੱਚ ਸੱਯਦ ਅਹਿਮਦ ਦੇ ਬਦਨਾਮ ਹੋ ਜਾਣ ਕਾਰਨ ਉਸ ਨੇ ਪੇਸ਼ਾਵਰ ਦਾ ਇਲਾਕਾ ਮੁਲਤਾਨ ਮੁਹੰਮਦ ਨੂੰ ਨਿਸ਼ਚਿਤ ਖਿਰਾਜ ਤਾਰਨ ਦੀ ਸ਼ਰਤ 'ਤੇ ਵਾਪਸ ਕਰ ਦਿੱਤਾ। ਇਸ ਪਿੱਛੋਂ ਸੱਯਦ ਖਾਨ ਦਾ ਪਤਨ ਨਿਸ਼ਚਿਤ ਹੋ ਗਿਆ। ਉੱਧਰ ਕੰਵਰ ਸ਼ੇਰ ਸਿੰਘ ਅਤੇ ਨਲਵੇ ਸਰਦਾਰ ਅਧੀਨ ਸਿੱਖ ਫੌਜਾਂ ਉਸ ਦਾ ਪਿੱਛਾ ਕਰਨ ਲੱਗੀਆਂ। ਇਸ ਪ੍ਰਕਾਰ ਸੱਯਦ ਅਤੇ ਉਸ ਦੇ ਜਹਾਦੀ ਸਿੱਖ ਫੌਜਾਂ ਅਤੇ ਸਥਾਨਕ ਕਬਾਇਲੀਆਂ ਵਿਚਕਾਰ ਘਿਰ ਗਏ। ਸਿੱਟੇ ਵਜੋਂ ਬਲਾਕੋਟ ਦੇ ਨੇੜੇ ਮਨਸ਼ੇਰਾ ਦੇ ਸਥਾਨ 'ਤੇ ਸੱਯਦ ਅਹਿਮਦ ਕੰਵਰ ਸ਼ੇਰ ਸਿੰਘ ਦੇ ਇੱਕ ਫੌਜੀ ਦਸਤੇ ਹੱਥੋਂ ਮਾਰਿਆ ਗਿਆ। ਕਰਨਲ ਗਾਰਡਨਰ ਨੇ ਉਸ ਦੇ ਜਹਾਦੀਆਂ ਨੂੰ ਇੱਕ-ਇੱਕ ਕਰਕੇ ਮਰਦੇ ਅੱਖੀਂ ਦੇਖਿਆ। ਕੰਵਰ ਸ਼ੇਰ ਸਿੰਘ ਨੇ ਸੱਯਦ ਅਹਿਮਦ ਦੀ ਲਾਸ਼ ਆਪਣੇ ਕੋਲ ਮੰਗਵਾ ਕੇ ਉਸ ਨੂੰ ਆਪ ਇੱਕ ਕੀਮਤੀ ਦੁਸ਼ਾਲੇ ਨਾਲ ਢੱਕਿਆ ਅਤੇ ਇਸਲਾਮੀ ਰਸਮ ਅਨੁਸਾਰ ਉਸ ਨੂੰ ਸਤਿਕਾਰ ਸਹਿਤ ਦਫਨਾਇਆ। ਮਹਾਰਾਜਾ ਕੰਵਰ
ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਸੱਯਦ ਅਹਿਮਦ ਨੇ ਬ੍ਰਿਤਾਂਤ ਦੇ ਇੱਥੇ ਵੇਰਵੇ ਭਰਪੂਰ ਵਰਣਨ ਦੀ ਪ੍ਰਸੰਗਤਾ ਇਹ ਬਣਦੀ ਹੈ ਕਿ 1831 ਈਸਵੀ ਤੋਂ ਪਿੱਛੋਂ ਹਰੀ ਸਿੰਘ ਨਲਵਾ ਨੂੰ ਅੰਗਰੇਜ਼ਾਂ ਨਾਲ ਗੱਲਬਾਤ ਨਾਲ ਸੰਬੰਧਿਤ ਰੱਖਿਆ ਜਾਣ ਲੱਗਾ। ਸ਼ਾਇਦ ਇਹ ਉਸ ਦੀ ਕੂਟਨੀਤਿਕ ਸੂਝ-ਬੂਝ ਸਦਕਾ ਸੀ। ਉਹ ਰੋਪੜ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਵਿਲੀਅਮ ਬੈਂਟਿੰਕ ਦੀ ਮਿਲਣੀ ਦੌਰਾਨ ਵੀ ਹਾਜ਼ਰ ਸੀ। ਲਾਹੌਰ ਦਰਬਾਰ ਵਿੱਚ ਉਹੀ ਇੱਕ ਸਰਦਾਰ ਸੀ ਜੋ ਨਿਝਿਜਕ ਹੋ ਕੇ ਮਹਾਰਾਜ ਦੇ ਸਾਹਮਣੇ ਆਪਣੀ ਰਾਏ ਪ੍ਰਗਟ ਕਰਨ ਦੀ ਖੁੱਲ੍ਹ ਲੈ ਸਕਦਾ ਸੀ। ਇਸ ਗੱਲ ਨੂੰ ਅੰਗਰੇਜ਼ੀ ਕੂਟਨੀਤੀਆਂ ਨੇ ਵੀ ਦੇਖ ਲਿਆ ਸੀ। ਸੱਯਦ ਅਹਿਮਦ ਦੀ ਸਿੰਧ ਪਾਰ ਇਲਾਕਿਆਂ ਵਿੱਚ ਕੀਤੀ ਸ਼ੋਰਸ਼ ਨੂੰ ਹਰੀ ਸਿੰਘ ਅੰਗਰੇਜ਼ਾਂ ਦੀ ਖਾਲਸਾ ਦਰਬਾਰ ਵਿਰੋਧੀ ਗਿਣੀ ਮਿਥੀ ਕਾਰਵਾਈ ਮੰਨਦਾ ਸੀ। ਇਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨਲਵੇ ਦੀ ਦਲੇਰੀ, ਯੁੱਧ ਕਲਾ ਵਿੱਚ ਪਰਪੱਕਤਾ ਅਤੇ ਤੀਖਣ ਬੁੱਧੀ ਦੇ ਨਾਲ ਕੂਟਨੀਤਿਕ ਸੂਝ-ਬੂਝ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਹੋ ਚੁੱਕੀ ਸੀ। 1831 ਈਸਵੀ ਤੱਕ ਭਾਰਤ ਦੀ ਅੰਗਰੇਜ਼ੀ ਹਕੂਮਤ ਨੇ ਸ਼ਿਮਲਾ ਦੀਆਂ ਪਹਾੜੀਆਂ ਵਿੱਚ ਆਪਣੀ ਗਰਮੀਆਂ ਦੀ ਰੁੱਤ ਦੀ ਰਾਜਧਾਨੀ ਸ਼ਿਮਲਾ ਵਿਖੇ ਬਣਵਾ ਲਈ ਸੀ। ਉਸੇ ਸਾਲ ਅੰਗਰੇਜ਼ਾਂ ਵੱਲੋਂ ਸਿੰਧ ਦੇ ਅਮੀਰਾਂ ਨਾਲ ਸੰਧੀ ਲਈ ਦੂਤ ਵੀ ਭੇਜੇ ਜਾ ਰਹੇ ਸਨ। ਅਟਕਪਾਰ ਅਫਗਾਨੀ ਇਲਾਕੇ ਵਿੱਚ ਜਿਸ ਸਫਲਤਾ ਨਾਲ ਹਰੀ ਸਿੰਘ ਨਲਵੇ ਨੇ ਅਫਗਾਨੀ ਧੱਕੜਸ਼ਾਹੀ ਨੂੰ ਠੱਲ ਪਾਉਣ ਉਪਰੰਤ ਦੂਰ ਰੱਸੀ ਸੁਰੱਖਿਆ ਪ੍ਰਬੰਧ ਕੀਤੇ, ਉਹਨਾਂ ਦੀ ਚਰਚਾ ਯੂਰਪੀ ਦੇਸ਼ਾਂ ਤੱਕ ਚਲੀ ਗਈ ਸੀ। ਅੰਗਰੇਜ਼ ਨਹੀਂ ਸਨ ਚਾਹੁੰਦੇ ਕਿ ਇਸ ਖੇਤਰ ਵਿੱਚ ਵਿਸ਼ੇਸ਼ ਕਰਕੇ ਰੂਸ ਜਾਂ ਕਿਸੇ ਹੋਰ ਦੇਸ਼ ਦਾ ਪ੍ਰਭਾਵ ਬਣੇ। ਇਸ ਸਮੇਂ ਤੱਕ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਦੀ ਚਰਚਾ ਵੀ ਖੂਬ ਚੱਲਦੀ ਸੀ। ਇਹਨਾਂ ਹਾਲਾਤ ਦੀ ਲੋਅ ਵਿੱਚ ਗਵਰਨਰ ਜਨਰਲ ਵਿਲੀਅਮ ਬੈਂਟਿੰਕ ਨੇ ਖਾਲਸਾ ਦਰਬਾਰ ਨਾਲ ਕੂਟਨੀਤਿਕ ਪੱਧਰ 'ਤੇ ਸਦਭਾਵਨਾ ਮਿਸ਼ਨਾਂ ਦੀਆਂ ਦੁਵੱਲੀਆਂ ਫੇਰੀਆਂ ਦਾ ਪ੍ਰਸਤਾਵ ਮਹਾਰਾਜੇ ਵੱਲ ਘੱਤਿਆ ਤਾਂ ਜੋ 1809 ਈਸਵੀ ਦੇ ਅਹਿਮਦਨਾਮੇ ਦੌਰਾਨ ਸਮਾਪਤ ਮਿੱਤਰਤਾਈ ਨੂੰ ਮੁੜ ਦ੍ਰਿੜਾਇਆ ਜਾ ਸਕੇ। ਮਹਾਰਾਜੇ ਨੇ ਇਹ ਸੁਝਾਅ ਮੰਨ ਲਿਆ ਅਤੇ ਸਰਦਾਰ ਹਰੀ ਸਿੰਘ ਨਲਵੇ ਦੀ ਅਗਵਾਈ ਵਿੱਚ ਗਵਰਨਰ ਜਨਰਲ ਅਤੇ ਭਾਰਤ ਵਿੱਚ ਬਰਤਾਨਵੀ ਫੌਜਾਂ ਦੇ ਪ੍ਰਮੁੱਖ ਜਰਨੈਲ ਵੱਲ ਮਿਸ਼ਨ ਭੇਜੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ। ਇਸੇ ਲਈ ਹਰੀ ਸਿੰਘ ਨੂੰ ਦਰਬਾਰ ਵਿੱਚ ਤੁਰੰਤ ਹਾਜ਼ਰ ਹੋਣ ਲਈ ਸੰਦੇਸ਼ ਭੇਜਿਆ ਗਿਆ। ਨਲਵਾ ਸਰਦਾਰ ਲਾਹੌਰ ਪੁੱਜ ਕੇ ਮਹਾਰਾਜਾ ਸਾਹਿਬ ਦੇ ਸਨਮੁਖ 5000 ਰੁਪਏ ਨਾਨਕਸ਼ਾਹੀ ਅਤੇ ਵਧੀਆ ਅਰਬੀ ਘੋੜੇ ਨਜ਼ਰਾਨੇ ਵਜੋਂ ਲੈ ਕੇ ਪੇਸ਼ ਹੋਇਆ ਅਤੇ ਨਾਲ ਹੀ ਉਸਨੇ ਮਹਾਰਾਜੇ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਪ੍ਰਕਾਰ ਦੀ ਸੇਵਾ ਸਰਕਾਰ ਵੱਲੋਂ ਉਸ ਦੇ ਜ਼ਿੰਮੇ ਲਾਈ ਜਾਵੇਗੀ, ਉਹ ਪੂਰੀ ਨਿਸ਼ਠਾ ਅਤੇ ਦਿਆਨਤਦਾਰੀ ਨਾਲ ਨਿਭਾਈ ਜਾਵੇਗੀ। ਇਸ ਅਵਸਰ 'ਤੇ ਹਰੀ ਸਿੰਘ ਨਲਵੇ ਨੂੰ ਸ਼ਿਮਲੇ ਵੱਲ ਰਵਾਨਾ ਹੋਣ ਸਮੇਂ ਇੱਕ ਵਡਮੁੱਲੀ ਖਿਲਅਤ ਪ੍ਰਦਾਨ ਕੀਤੀ ਗਈ ਅਤੇ ਸੁਰੱਖਿਆ ਲਈ 100 ਹਥਿਆਰਬੰਦ ਘੋੜਸਵਾਰ ਨਾਲ ਭੇਜ ਕੇ ਹੁਕਮ ਜਾਰੀ ਕੀਤਾ ਗਏ। ਕੁਝ ਹੀ ਦਿਨਾਂ ਪਿੱਛੋਂ ਹਰੀ ਸਿੰਘ ਨਲਵੇ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਕੂਟਨੀਤਿਕ ਮਿਸ਼ਨ ਸ਼ਿਮਲੇ ਵੱਲ ਚੱਲ ਪਿਆ। ਪਹਿਲਾ ਪੜਾਅ ਲੁਧਿਆਣਾ ਸੀ, ਜਿੱਥੇ ਬਰਤਾਨਵੀ ਪ੍ਰਤੀਨਿਧ ਕੈਪਟਨ ਵੇਡ ਨੇ ਮਿਸ਼ਨ ਦਾ ਨਿੱਘਾ ਸਵਾਗਤ ਕੀਤਾ। ਇਹ ਸਵਾਗਤ ਭਾਰਤ ਦੇ ਹੋਰ ਰਾਜੇ ਮਹਾਰਾਜਿਆਂ ਦੇ ਮਿਸ਼ਨਾਂ ਨਾਲੋਂ ਕਿਤੇ ਵੱਧ ਸ਼ੋਭਨੀਕ ਸੀ। ਹਰੀ ਸਿੰਘ ਨਲਵੇ ਅਤੇ ਉਸ ਦੇ ਸਾਥੀਆਂ ਲਹਿਣਾ ਸਿੰਘ ਮਜੀਠੀਆ, ਅਜੀਤ ਸਿੰਘ ਸੰਧਾਵਾਲੀਆ, ਫਕੀਰ ਅਜ਼ੀਜ਼ ਉਲ ਦੀਨ, ਦੀਵਾਨ ਮੋਤੀ ਰਾਮ ਅਤੇ ਧੰਨਾ ਸਿੰਘ ਮਲਵਈ ਪ੍ਰਤੀ ਦਰਸਾਈ ਗਈ ਉਚੇਚੀ ਸੁਲਗਤਾਈ ਚੋਖੀ ਉਦਾਰਚਿੱਤ ਸੀ। ਨਿਸ਼ਚਾ ਹੀ ਇਹ ਮਿਸ਼ਨ ਪੰਜਾਬ ਅਤੇ ਸਿੱਖਾਂ ਦੇ ਸਵਾਧੀਨ ਮਹਾਰਾਜੇ ਦੀ ਪ੍ਰਤੀਨਿਧਤਾ ਕਰ ਰਿਹਾ ਸੀ, ਜਿਸ ਦਾ ਦਰਜਾ ਅੰਗਰੇਜ਼ੀ ਰੱਖਿਅਤ ਸ਼ਾਸਨ ਅਧੀਨ ਨਵਾਬਾਂ ਮਹਾਰਾਜਿਆਂ ਜਾਂ ਰਾਜਿਆਂ ਨਾਲੋਂ ਕਿਤੇ ਉੱਚਾ ਸੀ। ਲੁਧਿਆਣਾ ਤੋਂ ਇਹ ਪਾਰਟੀ ਰੋਪੜ ਨਾਲਾਗੜ੍ਹ ਦੇ ਰਾਹੀਂ ਸ਼ਿਮਲੇ ਵੱਲ ਨੂੰ ਚੱਲੀ। ਰਸਤੇ ਵਿੱਚ ਹਰੀ ਸਿੰਘ ਅਤੇ ਉਸ ਦੇ ਸਾਥੀ ਦਰਬਾਰੀਆਂ ਨੇ ਮਾਛੀਵਾੜਾ ਅਤੇ ਚਮਕੌਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਅਤੇ ਇਸ ਤੋਂ ਅੱਗੇ ਨਾਲਾਗੜ੍ਹ ਦਾ ਪੜਾਅ ਕੀਤਾ। ਨਾਲਾਗੜ੍ਹ ਵਿਖੇ ਸਰਦਾਰ ਹਰੀ ਸਿੰਘ ਨਲਵਾ ਅਤੇ ਉਸ ਦੇ ਸਾਥੀਆਂ ਨੇ ਕੁਝ ਦਿਨ ਆਰਾਮ ਕੀਤਾ। ਇੱਥੋਂ ਸਤਲੁਜ ਹਿਠਾੜ ਇਲਾਕੇ ਦੇ ਸਿੱਖ ਰਾਜਿਆਂ ਸਰਦਾਰਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ ਗਿਆ। ਨਾਲਾਗੜ੍ਹ ਤੋਂ ਅੱਗੇ ਕੈਪਟਨ ਵੇਡ ਨੇ ਮਿਸ਼ਨ ਦੀ ਅਗਵਾਈ ਕੀਤੀ ਅਤੇ
ਕਰਨਲ ਮਰੀ ਮਿਸ਼ਨ ਦੇ ਨਾਲ ਪਿੰਜੌਰ ਤੋਂ ਅੱਗੇ ਸਬਾਥੂ ਰਸਤੇ ਸ਼ਿਮਲੇ ਵੱਲ ਪਹਾੜੀ ਚੜ੍ਹਦੇ ਗਏ। ਇਹਨਾਂ ਪਹਾੜੀਆਂ ਦਾ ਬਹੁਤ ਸਾਰਾ ਇਲਾਕਾ ਉਹਨਾਂ ਸਿੱਖ ਸਰਦਾਰਾਂ ਰਾਜਿਆਂ ਦੀ ਮਲਕੀਅਤ ਸੀ ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੀ ਪ੍ਰਮੁੱਖਤਾ ਪ੍ਰਦਾਨ ਕੀਤੀ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਨਾਲਾਗੜ੍ਹ ਤੋਂ ਸਬਾਥੂ ਵਿਚਾਲੇ ਜਿਸ ਜਗ੍ਹਾ 'ਤੇ ਥੋੜ੍ਹਾ ਸਮਾਂ ਹਰੀ ਸਿੰਘ ਮਿਸ਼ਨ ਦੇ ਪੜਾਅ ਕੀਤਾ, ਉੱਥੇ ਅੱਜ ਕੱਲ੍ਹ ਨਲਵਾ ਨਾਮੀ ਇੱਕ ਪਿੰਡ ਆਬਾਦ ਹੈ ਜੋ ਕਸੌਲੀ ਤਹਿਸੀਲ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਹੈ। ਖਾਲਸਾ ਦਰਬਾਰ ਇਹ ਮਿਸ਼ਨ 21 ਅਪ੍ਰੈਲ 1831 ਨੂੰ ਸ਼ਿਮਲੇ ਪੁੱਜਾ ਅਤੇ ਗਵਰਨਰ ਜਨਰਲ ਦੇ ਨਿਵਾਸ ਵਿਖੇ ਮਿਸ਼ਨ ਦਾ ਚੰਗੀ ਗਰਮਜੋਸ਼ੀ ਨਾਲ ਉਪਚਾਰਕ ਸਵਾਗਤ ਕੀਤਾ ਗਿਆ। ਸਭ ਤੋਂ ਪਹਿਲਾਂ ਲਾਰਡ ਬੈਟਿੰਗ ਦੇ ਸੈਨਿਕ ਸਕੱਤਰ ਨੇ ਹਰੀ ਸਿੰਘ ਅਤੇ ਉਸਦੇ ਸਾਥੀ ਮਿਸ਼ਨ ਦੇ ਸਨਮਾਨਯੋਗ ਮੈਂਬਰਾਂ ਨੂੰ ਜੀ ਆਇਆਂ ਕਿਹਾ। ਉਪਰੰਤ ਲਾਰਡ ਬੈਟਿੰਗ, ਗਵਰਨਰ ਜਨਰਲ ਅਤੇ ਲਾਰਡ ਡਲਹੌਜ਼ੀ ਅੰਗਰੇਜ਼ੀ ਫੌਜਾਂ ਦੇ ਕਮਾਂਡਰ ਆਪਣੇ ਪਤਵੰਤੇ ਪ੍ਰਾਹੁਣਿਆਂ ਨੂੰ ਹੱਥ ਮਿਲਾ ਕੇ ਮਿਲੇ ਅਤੇ ਉਹਨਾਂ ਨੂੰ ਕੁਰਸੀਆਂ ਉੱਪਰ ਬਿਠਾਇਆ ਗਿਆ। ਉਪਚਾਰਕ ਅਦਬ ਸਲਾਮ ਦੇ ਵਟਾਂਦਰੇ ਪਿੱਛੋਂ ਬੈਟਿੰਗ ਨੇ ਮਹਾਰਾਜੇ ਦੀ ਸਿਹਤ ਸੰਬੰਧੀ ਪੁੱਛ ਕੇ ਮਹਾਰਾਜਾ ਸਾਹਿਬ ਤਾਈਂ ਆਪਣਾ ਸਤਿਕਾਰ ਪ੍ਰਗਟ ਕੀਤਾ। ਫ਼ਕੀਰ ਅਜ਼ੀਜ਼ੁੱਦੀਨ ਨੇ ਮਹਾਰਾਜੇ ਵੱਲੋਂ ਬੈਟਿੰਗ ਸਾਹਿਬ ਵੱਲ ਇੱਕ ਪੱਤਰ ਉਹਨਾਂ ਦੇ ਹਵਾਲੇ ਕੀਤਾ। ਇਸ ਤੋਂ ਪਿੱਛੋਂ ਮਹਾਰਾਜਾ ਸਾਹਿਬ ਵੱਲੋਂ ਗਵਰਨਰ ਜਨਰਲ ਬੈਟਿੰਗ ਸਾਹਿਬ ਅਤੇ ਪ੍ਰਮੁੱਖ ਫੌਜੀ ਕਮਾਂਡਰ ਡਲਹੌਜ਼ੀ ਲਈ ਭੇਜੇ ਗਏ ਤੋਹਫ਼ੇ ਪੇਸ਼ ਕੀਤੇ ਗਏ। ਖਾਲਸਾ ਦਰਬਾਰ ਵੱਲੋਂ ਭੇਜੇ ਜਾਂਦੇ ਅਜਿਹੇ ਕਈ ਤੋਹਫ਼ੇ ਪ੍ਰਾਪਤ ਕਰਨ ਵਾਲੇ ਲਈ ਨਿੱਜੀ ਹੁੰਦੇ ਸਨ। ਇਹਨਾਂ ਤੋਹਫ਼ਿਆਂ ਵਿੱਚ ਕਸ਼ਮੀਰੀ ਸ਼ਾਲ, ਗਲੀਚੇ, ਮੁਲਤਾਨੀ ਸ਼ੀਟ ਦਾ ਕੱਪੜਾ, 10 ਸੇਰ ਕੇਸਰ, 6 ਵੱਖ-ਵੱਖ ਨਸਲਾਂ ਦੇ ਘੋੜੇ ਅਤੇ ਕੁਝ ਸ਼ਸਤਰ ਸ਼ਾਮਲ ਸਨ। ਮਹਾਰਾਜੇ ਦੀ ਇਹ ਇੱਛਾ ਸੀ ਕਿ ਉਸਦੇ ਦਰਬਾਰ ਵੱਲੋਂ ਭੇਜੇ ਕੂਟਨੀਤਿਕ ਮਿਸ਼ਨ ਦੇ ਸ਼ਾਨਦਾਰ ਸਵਾਗਤ ਦੀ ਸਾਰੇ ਹਿੰਦੁਸਤਾਨ ਵਿੱਚ ਭਰਪੂਰ ਵਾਹ-ਵਾਹ ਹੋਵੇ। 27 ਅਪ੍ਰੈਲ 1831 ਵਾਲੇ ਦਿਨ ਹਰੀ ਸਿੰਘ ਨਲਵੇ ਦੇ ਡੈਲੀਗੇਸ਼ਨ ਦੀ ਲਾਰਡ ਬੈਟਿੰਗ, ਗਵਰਨਰ ਜਨਰਲ ਅਤੇ ਲਾਰਡ ਡਲਹੌਜ਼ੀ ਕਮਾਂਡਰ ਇਨ ਚੀਫ ਨਾਲ ਉਪਚਾਰਕ ਗੱਲਬਾਤ ਹੋਈ। ਇਸ ਗੱਲਬਾਤ ਦੌਰਾਨ ਅੰਗਰੇਜ਼ੀ ਮੇਜ਼ਬਾਨਾਂ ਨੇ ਸ਼ਿਸ਼ਟਾਚਾਰਕ ਵਿਧੀ ਅਨੁਸਾਰ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਕਿ ਪੰਜਾਬ ਦੇ ਮਹਾਰਾਜੇ ਵੱਲੋਂ ਭੇਜੇ ਗਏ ਪ੍ਰਤੀਨਿਧ ਮਿਸ਼ਨ ਦਾ ਖਾਤਰਦਾਰੀ ਅਤੇ ਸ਼ਿਸ਼ਟਾਚਾਰੀ ਪੱਖੋਂ ਭਾਰਤ ਦੇ ਨਵਾਬਾਂ, ਮਹਾਰਾਜਿਆਂ, ਸਰਦਾਰਾਂ ਨਾਲ ਕੀਤੇ ਜਾਂਦੇ ਵਿਵਹਾਰ ਨਾਲੋਂ ਵਿਲੱਖਣਾ ਅਤੇ ਪ੍ਰਸਿੱਧੀ ਪ੍ਰਤੱਖ ਬਣੀ ਰਹੇ। ਲਾਰਡ ਬੈਟਿੰਗ ਦੀ ਇਸ ਮਾਮਲੇ ਸੰਬੰਧੀ ਵਿਆਕੁਲਤਾ ਦਾ ਪਤਾ ਬੈਟਿੰਗ ਦੀ ਪਤਨੀ ਅਤੇ ਹੋਰ ਯੂਰਪੀ ਪ੍ਰਤਿਸ਼ਠਿਤ ਔਰਤਾਂ ਵੱਲੋਂ ਮਿਸ਼ਨ ਦੇ ਸਾਹਮਣੇ ਪੇਸ਼ ਕੀਤੇ ਗਏ ਨਾਚ ਦੇ ਉਚੇਚੇ ਵਰਣਨ ਤੋਂ ਲੱਗਦਾ ਹੈ। ਉਪਚਾਰਕ ਕਾਨਫਰੰਸ ਪਿੱਛੋਂ ਦੋਹਾਂ ਪਾਸਿਆਂ ਖਾਲਸਾ ਦਰਬਾਰ ਅਤੇ ਭਾਰਤੀ ਅੰਗਰੇਜ਼ੀ ਸਾਮਰਾਜ ਦੀਆਂ ਫੌਜਾਂ ਟੁਕੜੀਆਂ ਵੱਲੋਂ ਸਲਾਮੀ ਗਾਰਡ ਆਫ ਆਨਰ ਪੇਸ਼ ਕੀਤੀ ਗਈ। ਇਸ ਅਵਸਰ 'ਤੇ ਗਵਰਨਰ ਜਨਰਲ ਅਤੇ ਸਰਦਾਰ ਹਰੀ ਸਿੰਘ ਨਲਵੇ ਨੇ ਇੱਕ ਦੂਸਰੇ ਦੇ ਸੈਨਿਕਾਂ ਅਤੇ ਘੋੜ ਚੜ੍ਹਿਆਂ ਨੂੰ ਨਗਦ ਇਨਾਮ ਦਿੱਤੇ। ਸਮਕਾਲੀ ਦਸਤਾਵੇਜ਼ਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਲਾਰਡ ਬੈਟਿੰਗ ਦਾ ਇਸ ਮਿਸ਼ਨ ਨਾਲ ਗੱਲਬਾਤ ਦੌਰਾਨ ਸਾਰਾ ਧਿਆਨ ਫੌਜੀ ਮਾਮਲਿਆਂ ਵੱਲ ਹੀ ਕੇਂਦਰਿਤ ਸੀ ਅਤੇ ਹਰੀ ਸਿੰਘ ਨਲਵੇ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਭਾਂਪ ਲਿਆ ਸੀ। ਇਸ ਮਿਸ਼ਨ ਦੀ ਹਰੀ ਸਿੰਘ ਦੁਆਰਾ ਅਗਵਾਈ ਦਾ ਵੀ ਇਹੀ ਮਹੱਤਵ ਸੀ। ਜਾਪਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਿਤੀ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖ ਕੇ ਹੀ ਹਰੀ ਸਿੰਘ ਨੂੰ ਮਿਸ਼ਨ ਦਾ ਆਗੂ ਬਣਾਇਆ ਸੀ। ਸ਼ਿਮਲੇ ਤੋਂ ਵਿਦਾਈ ਸਮੇਂ ਬੈਟਿੰਗ ਨੇ ਸਰਦਾਰ ਹਰੀ ਸਿੰਘ ਅਤੇ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਵਡਮੁੱਲੇ ਤੋਹਫ਼ੇ ਅਤੇ ਖਿਲਅਤਾਂ ਦਿੱਤੀਆਂ। ਹਰੀ ਸਿੰਘ ਨੂੰ ਲਾਰਡ ਬੈਟਿੰਗ ਵੱਲੋਂ ਕਲਗੀ, ਹੀਰਿਆਂ ਦਾ ਹਾਰ ਅਤੇ ਮੁੰਦਰੀ ਆਦਿ ਉਚੇਚੇ ਤੌਰ 'ਤੇ ਪੇਸ਼ ਕੀਤੇ ਗਏ। ਲਾਰਡ ਡਲਹੌਜ਼ੀ ਵੱਲੋਂ ਸਰਦਾਰ ਹਰੀ ਸਿੰਘ ਨੂੰ ਇੱਕ ਸੁੰਦਰ ਅੰਗਰੇਜ਼ੀ ਸ਼ਮਸ਼ੀਰ ਅਤੇ ਇੱਕ ਬੰਦੂਕ ਪੇਸ਼ ਕੀਤੀ ਗਈ। ਡਲਹੌਜ਼ੀ ਨੇ ਜਦੋਂ ਗਰਮਜੋਸ਼ੀ ਨਾਲ ਨਲਵੇ ਸਰਦਾਰ ਨਾਲ ਹੱਥ ਮਿਲਾਇਆ ਤਾਂ ਉਸ ਸਮੇਂ ਨਲਵੇ ਨੂੰ ਇਹ ਕੀ ਪਤਾ ਸੀ ਕਿ ਇਸੇ ਡਲਹੌਜ਼ੀ ਦਾ ਪੁੱਤਰ ਲਾਰਡ ਡਲਹੌਜ਼ੀ, ਜੋ 1849 ਈਸਵੀ ਵਿੱਚ ਗਵਰਨਰ ਜਨਰਲ ਸੀ, ਹੀ ਖਾਲਸਾ ਰਾਜ ਨੂੰ ਆਪਣੀਆਂ ਕੂਟਨੀਤੀਆਂ ਦੁਆਰਾ ਹਿੰਦੁਸਤਾਨ ਦੇ ਬਰਤਾਨੀਆ ਸਾਮਰਾਜ ਦੇ ਮਕਬੂਜ਼ਾ ਇਲਾਕਿਆਂ ਨਾਲ ਰਾਹ ਦੇਵੇਗਾ। ਵਾਪਸੀ 'ਤੇ ਹਰੀ ਸਿੰਘ ਨਲਵਾ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਅਤੇ
ਦੀਵਾਨ ਮੋਤੀ ਰਾਮ ਹਰਿਦੁਆਰ ਗੰਗਾ ਦੇ ਇਸ਼ਨਾਨ ਲਈ ਗਿਆ। ਕੈਪਟਨ ਵੇਡ ਨੇ ਇਹਨਾਂ ਦਾ ਲੁਧਿਆਣਾ ਵਿਖੇ ਸਵਾਗਤ ਕਰਨਾ ਸੀ ਅਤੇ ਇਸ ਉਪਰੰਤ ਖਾਲਸਾ ਰਾਜ ਦੀਆਂ ਹੱਦਾਂ ਤੱਕ ਵਿਦਾ ਕਰਨਾ ਸੀ। ਇਸ ਸਮੇਂ ਮਹਾਰਾਜਾ ਅਦੀਨਾ ਨਗਰ ਗੁਰਦਾਸਪੁਰ ਵਿਖੇ ਗਰਮੀ ਰੁੱਤੇ ਗਿਆ ਹੋਇਆ ਸੀ। ਹਰੀ ਸਿੰਘ ਅਤੇ ਦੀਵਾਨ ਮੋਤੀ ਰਾਮ ਜਦੋਂ ਉੱਥੇ ਪੁੱਜੇ ਤਾਂ ਉਹਨਾਂ ਨੂੰ 11 ਤੋਪਾਂ ਦੀ ਸਲਾਮੀ ਦਿੱਤੀ ਗਈ। ਮਹਾਰਾਜੇ ਨੂੰ ਮਿਸ਼ਨ ਦੀ ਸਫਲਤਾ 'ਤੇ ਖੁਸ਼ੀ ਸੀ। ਬੈਂਟਿੰਗ ਇਸ ਮਿਸ਼ਨ ਨੂੰ ਮਹਾਰਾਜੇ ਨਾਲ ਸਿੱਧੀ ਗੱਲਬਾਤ ਦਾ ਆਧਾਰ ਬਣਾਉਣਾ ਚਾਹੁੰਦਾ ਸੀ ਤਾਂ ਜੋ ਸਿੰਧ ਦੇ ਅਮੀਰਾਂ ਨਾਲ ਉਸ ਦੀ ਗੱਲਬਾਤ ਸਿਰੇ ਚੜ੍ਹ ਸਕੇ। ਉੱਧਰ ਮਹਾਰਾਜਾ ਰਣਜੀਤ ਸਿੰਘ ਲਾਰਡ ਬੈਂਟਿੰਗ ਨਾਲ ਮਿਲਣੀ ਦੇ ਇਸ ਕਰਕੇ ਹੱਕ ਵਿੱਚ ਸੀ ਕਿਉਂਕਿ ਉਹ ਕੰਵਰ ਖੜਗ ਸਿੰਘ ਦੀ ਜਾਨਸ਼ੀਨੀ ਸੁਨਿਸ਼ਚਿਤ ਕਰਨਾ ਚਾਹੁੰਦਾ ਸੀ ਅਤੇ ਇਸ ਲਈ ਉਹ ਅੰਗਰੇਜ਼ਾਂ ਵੱਲੋਂ ਕਿਸੇ ਪ੍ਰਕਾਰ ਦੇ ਸੰਭਾਵਿਕ ਵਿਰੋਧ ਦੀ ਪੂਰੀ ਰੋਕਥਾਮ ਕਰਨਾ ਚਾਹੁੰਦਾ ਸੀ। ਪਰ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਗਵਰਨਰ ਜਨਰਲ ਨਾਲ ਆਪਣੀ ਮੁਲਾਕਾਤ ਦੇ ਪ੍ਰਸਤਾਵ ਦੀ ਆਪਣੇ ਦਰਬਾਰੀਆਂ ਨਾਲ ਗੱਲ ਚਲਾਈ ਤਾਂ ਵਧੇਰੇ ਦਰਬਾਰੀਆਂ ਨੇ ਇਸ ਦਾ ਸਮਰਥਨ ਨਾ ਕੀਤਾ, ਪਰ ਖੁੱਲ੍ਹੇ ਤੌਰ 'ਤੇ ਕੇਵਲ ਸਰਦਾਰ ਹਰੀ ਸਿੰਘ ਨਲਵੇ ਨੇ ਹੀ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਹਰੀ ਸਿੰਘ ਦਾ ਕਹਿਣਾ ਸੀ, ਖਾਲਸਾ ਰਾਜ ਸਿੱਖ ਪੰਥ ਦੀਆਂ ਲਗਭਗ 100 ਸਾਲ ਦੀਆਂ ਕੁਰਬਾਨੀਆਂ ਅਤੇ ਗੁਰੂ ਦੀ ਕਿਰਪਾ ਦੁਆਰਾ ਹੋਂਦ ਵਿੱਚ ਆਇਆ ਸੀ। ਇਸ ਦੀ ਅਗਵਾਈ ਸਿੱਖ ਸਮੂਹ ਦਾ ਉਚੇਚਾ ਅਧਿਕਾਰ ਹੈ। ਇਸ ਲਈ ਸਮੁੱਚੇ ਸਿੱਖ ਪੰਥ ਨੂੰ ਇਹ ਫੈਸਲਾ ਕਰਨਾ ਹੋਵੇਗਾ ਕਿ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਕੌਣ ਬਣੇ। ਕੰਵਰ ਖੜਗ ਸਿੰਘ ਮੇਰਾ ਮਿੱਤਰ ਹੈ, ਪਰ ਉਹ ਇਹ ਭਾਰ ਝੱਲਣ ਜੋਗਾ ਨਹੀਂ। ਇਸ ਸਮੇਂ ਖਾਲਸਾ ਰਾਜ ਨੂੰ ਬੇਲਾਗ ਅਤੇ ਧੀਰਜਵਾਨ ਅਗਵਾਈ ਦੀ ਲੋੜ ਹੈ। ਪਰ ਕਈ ਲੜਾਈਆਂ ਦੇ ਇਸ ਸ਼ੂਰਬੀਰ ਯੋਧੇ ਦੀ ਇਸ ਚੇਤਾਵਨੀ ਨੂੰ ਬੇਧਿਆਨਾ ਹੀ ਨਾ ਕੀਤਾ ਗਿਆ, ਸਗੋਂ ਕਈ ਸੁਆਰਥੀ ਅਤੇ ਸਾਹਸੀ ਦਰਬਾਰੀਆਂ ਨੇ ਇਸੇ ਮੁਜ਼ਾਹਰੇ ਕਾਰਨ ਹਰੀ ਸਿੰਘ ਨਲਵਾ ਨੂੰ ਹਿਰਸੀ ਗਰਦਾਨ ਕੇ ਉਸ ਵਿਰੁੱਧ ਨਫ਼ਰਤ ਪੈਦਾ ਕਰਨ ਦਾ ਯਤਨ ਵੀ ਕੀਤਾ। ਹਰੀ ਸਿੰਘ ਅਤੇ ਬਾਕੀ ਸਰਦਾਰਾਂ ਦੇ ਵਿਰੋਧ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਲਾਟ ਸਾਹਿਬ ਬੈਂਟਿੰਗ ਨਾਲ ਉਪਚਾਰਕ ਮਿਲਣੀ ਲਈ ਤਿਆਰ ਹੋ ਗਿਆ। ਉੱਧਰ ਬੈਂਟਿੰਗ ਵੀ ਉਤਨਾ ਹੀ ਉਤਸੁਕ ਸੀ। ਸਿੱਟੇ ਵਜੋਂ ਰਣਜੀਤ ਸਿੰਘ ਨੇ ਆਪਣੇ ਸਰਦਾਰਾਂ ਦੇ ਵਿਰੋਧ ਨੂੰ ਮੱਠਾ ਪਾਉਣ ਲਈ ਇਸ ਮਿਲਣੀ ਲਈ ਕੁਝ ਸ਼ਰਤਾਂ ਰੱਖ ਦਿੱਤੀਆਂ। ਮੀਟਿੰਗ ਕੇਵਲ ਦੋਹਾਂ ਧਿਰਾਂ ਦੀ ਮਿੱਤਰਤਾ ਦ੍ਰਿੜਾਉਣ ਲਈ ਹੋਵੇਗੀ ਅਤੇ ਇਸ ਵਿੱਚ ਹੋਰ ਕਿਸੇ ਰਾਜਨੀਤਿਕ ਮਾਮਲੇ ਦਾ ਜ਼ਿਕਰ ਨਹੀਂ ਹੋਵੇਗਾ। ਮੀਟਿੰਗ ਅਨੰਦਪੁਰ ਮਾਖੋਵਾਲ ਖੇਤਰ ਵਿੱਚ ਹੋਵੇਗੀ ਅਤੇ ਦੋਵੇਂ ਧਿਰਾਂ ਸਤਲੁਜ ਦਰਿਆ ਦੇ ਆਪੋ ਆਪਣੇ ਪਾਸੇ ਖੇਮੇ ਲਗਾਉਣਗੀਆਂ। ਅਨੰਦਪੁਰ ਮਾਖੋਵਾਲ ਕੁਝ ਸਮਾਂ ਪਹਿਲਾਂ ਹੀ ਅੰਗਰੇਜ਼ੀ ਸਾਮਰਾਜੀ ਮਕਬੂਜ਼ਾ ਇਲਾਕੇ ਵੱਲੋਂ ਖਾਲਸਾ ਰਾਜ ਨੂੰ ਦਿੱਤਾ ਗਿਆ ਸੀ। ਇੱਥੇ ਇਸ ਗੱਲ ਦਾ ਵਰਣਨ ਠੀਕ ਕਹੇਗਾ ਕਿ ਬੈਂਟਿੰਗ ਇਹ ਮਿਲਣੀ ਲਾਹੌਰ ਵਿਖੇ ਚਾਹੁੰਦਾ ਸੀ। ਹਰੀ ਸਿੰਘ ਨਲਵੇ ਦੀ ਇਹ ਕਰੜੀ ਸ਼ਰਤ ਸੀ ਕਿ ਖਾਲਸੇ ਦੀ ਸਵਾਧੀਨ ਸਰਕਾਰ ਦੇ ਮੁਖੀ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਣ ਲਈ ਅੰਗਰੇਜ਼ ਗਵਰਨਰ ਜਨਰਲ ਪਹਿਲਾਂ ਆਵੇ। ਕਾਫੀ ਗੱਲਬਾਤ ਪਿੱਛੋਂ ਲਾਰਡ ਵਿਲੀਅਮ ਬੈਂਟਿੰਗ ਨੇ ਭਾਰਤ ਵਿੱਚ ਬਰਤਾਨਵੀ ਫੌਜਾਂ ਦੇ ਪ੍ਰਮੁੱਖ ਕਮਾਂਡਰ ਦੇ ਭਰਾ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਆਪਣੇ ਪਾਸੇ ਖੇਮੇ ਵਿੱਚ ਆਉਣ ਲਈ ਆਪਣੇ ਸਮੇਂ ਵੱਲੋਂ ਸਵਾਗਤ ਲਈ ਭੇਜਣਾ ਮੰਨ ਲਿਆ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਪਹਿਲੇ ਦਿਨ ਗਵਰਨਰ ਜਨਰਲ ਦੇ ਸਵਾਗਤ ਲਈ ਕੰਵਰ ਖੜਗ ਸਿੰਘ ਨੂੰ ਦਰਿਆ ਦੇ ਕੰਢੇ ਤੋਂ ਮਹਾਰਾਜਾ ਦੇ ਖੇਮੇ ਤੱਕ ਲਿਆਉਣ ਦਾ ਮਾਣ ਦੇਣਾ ਚਾਹੁੰਦਾ ਸੀ। ਇਸ ਲਈ ਕਮਾਂਡਰ ਇਨ ਚੀਫ ਦਾ ਇਸ ਅਫਸਰ 'ਤੇ ਨਾਲ ਜਾਣਾ ਨਿਸ਼ਚਿਤ ਕੀਤਾ ਗਿਆ। ਨਾਲ ਹੀ ਮਹਾਰਾਜਾ ਸਾਹਿਬ ਦੇ ਗਵਰਨਰ ਜਨਰਲ ਦੇ ਖੇਮੇ ਵਿੱਚ ਜਾਣ ਸਮੇਂ ਵੀ ਇਸੇ ਪ੍ਰਕਾਰ ਦਾ ਸ਼ਿਸ਼ਟਾਚਾਰ ਕਾਇਮ ਰੱਖਣ ਦਾ ਫੈਸਲਾ ਹੋਇਆ। ਸਿੱਖ ਸਰਦਾਰ ਇਹ ਨਿਸ਼ਚਿਤ ਕਰਨਾ ਚਾਹੁੰਦੇ ਸਨ ਕਿ ਸਵਾਗਤ ਦੇ ਅਮਲ ਵਿੱਚ ਕਿਸੇ ਪੱਖੋਂ ਵੀ ਅਜਿਹਾ ਨਾ ਲੱਗੇ ਕਿ ਖਾਲਸਾ ਦਰਬਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਖੁਸ਼ਾਮਦੀ ਸੰਕੇਤ ਦਿੱਤਾ ਜਾ ਰਿਹਾ ਸੀ। ਲਾਰਡ ਬੈਂਟਿੰਗ ਨੇ ਇਸ ਸ਼ਰਤ ਦੀ ਵੀ ਪ੍ਰਵਾਨਗੀ ਦੇ ਦਿੱਤੀ। ਹਰੀ ਸਿੰਘ ਨਲਵਾ ਅੰਗਰੇਜ਼ਾਂ ਨਾਲ ਸੰਬੰਧਾਂ ਵਿੱਚ ਪੂਰੀ ਸਾਵਧਾਨੀ ਅਤੇ ਸੁਚੇਤ ਰਹਿਣ ਦੀ ਨੀਤੀ 'ਤੇ ਚੱਲਦਾ ਸੀ। ਇਸੇ ਕਰਕੇ ਰੋਪੜ ਮੀਟਿੰਗ ਤੋਂ ਪਿੱਛੋਂ ਹਰੀ ਸਿੰਘ ਨਲਵੇ ਦੀ ਚੜ੍ਹਤ ਵਿੱਚ ਵਾਧਾ ਹੋਇਆ। 2 ਮਹੀਨੇ ਪਿੱਛੋਂ ਹੀ ਉਸ ਨੂੰ ਰਾਵਲਪਿੰਡੀ ਅਤੇ ਪੇਸ਼ਾਵਰ ਦਾ ਪ੍ਰਸ਼ਾਸਕ ਬਣਾ ਦਿੱਤਾ ਗਿਆ। ਸਾਲ 1831 ਈਸਵੀ ਸਿੱਖ ਰਾਜ ਦੇ ਕੂਟਨੀਤਿਕ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਰਿਹਾ। ਇਸੇ ਸਾਲ ਮਹਾਰਾਜਾ ਰਣਜੀਤ ਸਿੰਘ ਵੱਲੋਂ ਇੱਕ ਕੂਟਨੀਤਿਕ ਮਿਸ਼ਨ
ਸਿਮਲੇ ਵਿਖੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਅਤੇ ਕਮਾਂਡਰ ਇਨ ਚੀਫ ਲਾਰਡ ਡਲਹੌਜੀ ਨੂੰ ਮਿਲਣ ਲਈ ਭੇਜਿਆ ਗਿਆ। ਇਸ ਮਿਸ਼ਨ ਦੇ ਮੁਖੀ ਸਰਦਾਰ ਹਰੀ ਸਿੰਘ ਥਾਪੇ ਗਏ। ਇਸੇ ਸਾਲ ਗਵਰਨਰ ਜਨਰਲ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਮੁਲਾਕਾਤ ਹੋਈ। ਇਸ ਮੁਲਾਕਾਤ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸਪਸ਼ਟ ਦੱਸ ਦਿੱਤਾ ਕਿ ਉਸ ਦਾ ਜਾਨਸ਼ੀਨ ਖੜਕ ਸਿੰਘ ਹੀ ਹੋਵੇਗਾ। ਕਨਿੰਘਮ ਅਨੁਸਾਰ ਹਰੀ ਸਿੰਘ ਇਸ ਖੁੱਲ੍ਹੇ ਐਲਾਨ ਦੇ ਵਿਰੁੱਧ ਸੀ। ਹਰੀ ਸਿੰਘ ਨਲਵੇ ਦੀ ਚੜ੍ਹਤ ਤੋਂ ਦੁਖੀ ਅਤੇ ਈਰਖਾਲੂ ਦਰਬਾਰੀ ਉਸ ਨੂੰ ਮਹਾਰਾਜੇ ਕੋਲ ਹਿਰਸੀ ਵਜੋਂ ਲਗਾਤਾਰ ਭੰਡਣ ਲੱਗੇ। ਇਸੇ ਸਾਲ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਅ ਉਲ ਮੁਲਕ ਵਿਚਕਾਰ ਇੱਕ ਗੁਪਤ ਸੰਧੀ ਹੋਈ, ਜਿਸ ਅਨੁਸਾਰ ਸ਼ਾਹ ਸ਼ੁਜਾਅ ਨੇ ਪਿਸ਼ਾਵਰ ਦਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੂੰ ਦੇਣਾ ਮੰਨ ਲਿਆ। ਉਪਰੰਤ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਦਾ ਪ੍ਰਸ਼ਾਸਕ ਬਣਾ ਦਿੱਤਾ ਗਿਆ। ਪਰ ਇੱਥੇ ਇਹ ਤੱਥ ਵੀ ਧਿਆਨ ਗੋਚਰਾ ਹੈ ਕਿ ਇਹ ਸਾਲ ਭਾਵ 1831 ਈਸਵੀ ਉਪਰੰਤ ਖੜਕ ਸਿੰਘ ਦੀ ਜਾਨਸ਼ੀਨੀ ਦੇ ਖੁੱਲ੍ਹੇ ਤੌਰ 'ਤੇ ਵਿਰੋਧ ਕਰਨ ਕਾਰਨ ਹਰੀ ਸਿੰਘ ਨਲਵੇ ਨੂੰ ਖਰੂਦੀ ਕਬਾਇਲੀ ਇਲਾਕਿਆਂ ਵਿੱਚ ਹੀ ਖਾਲਸਾ ਰਾਜ ਦੀ ਸੀਮਾ ਦੀ ਰਾਖੀ ਲਈ ਤਾਇਨਾਤ ਰੱਖਿਆ ਗਿਆ, ਜਿਸ ਕਰਕੇ ਖਾਲਸਾ ਦਰਬਾਰ ਵਿੱਚ ਉਹ ਬਹੁਤੇ ਕਰਕੇ ਗੈਰ ਹਾਜ਼ਰ ਹੀ ਰਹਿੰਦਾ। ਡੋਗਰੇ ਭਰਾ, ਵਿਸ਼ੇਸ਼ ਕਰਕੇ ਧਿਆਨ ਸਿੰਘ, ਉਸ ਦਾ ਉਚੇਚਾ ਵਿਰੋਧ ਕਰਦੇ ਰਹੇ ਅਤੇ ਦੋਸਤ ਮੁਹੰਮਦ ਖਾਨ ਦੇ ਹਮਲੇ ਸਮੇਂ ਹਰੀ ਸਿੰਘ ਨਲਵੇ ਵੱਲੋਂ ਮਹਾਰਾਜੇ ਵੱਲ ਫੌਜੀ ਸਹਾਇਤਾ ਲਈ ਭੇਜੇ ਜ਼ਰੂਰੀ ਸੰਦੇਸ਼ਾਂ ਪੱਤਰਾਂ ਦੀ ਪਹੁੰਚ ਵਿੱਚ ਧਿਆਨ ਸਿੰਘ ਰੁਕਾਵਟਾਂ ਬਣਦਾ ਰਿਹਾ। ਮਈ 1834 ਈਸਵੀ ਵਿੱਚ ਮਹਾਰਾਜੇ ਨੇ ਕੰਵਰ ਨੌ ਨਿਹਾਲ ਸਿੰਘ ਅਤੇ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦੀ ਪੂਰੀ ਵਾਦੀ ਜਿੱਤ ਕੇ ਖਾਲਸਾ ਰਾਜ ਨਾਲ ਰਲਾਉਣ ਲਈ ਹੁਕਮ ਦਿੱਤਾ। ਇਹ ਕਾਰਜ ਛੇਤੀ ਹੀ ਇੱਕ ਬਿਜਲਈ ਮੁਹਿੰਮ ਦੁਆਰਾ ਸੰਪੰਨ ਕਰ ਲਿਆ ਗਿਆ। ਪੇਸ਼ਾਵਰ ਦਾ ਵਿਸ਼ਾਲ ਇਲਾਕਾ ਖਰੂਦੀ ਪਖਤੂਨ ਕਬੀਲਿਆਂ ਦੀ ਵਸੋਂ ਨਾਲ ਘਿਰਿਆ ਹੋਇਆ ਸੀ, ਪਰ ਇਸ ਦੇ ਅੰਦਰੂਨੀ ਭਾਗ ਵਿੱਚ ਕੋਹਿਸਤਾਨੀ, ਹਿੰਦੀਆਂ, ਪੰਜਾਬੀ, ਕਸ਼ਮੀਰੀ ਅਤੇ ਤਾਜਿਕ ਕੌਮਾਂ ਵੀ ਵਸਦੀਆਂ ਸਨ। ਕਾਬਲ ਦੇ ਬਾਦਸ਼ਾਹ ਸਰਦੀਆਂ ਕੱਟਣ ਲਈ ਪਿਸ਼ਾਵਰ ਆ ਰਹਿੰਦੇ ਸਨ। ਪਖਤੂਨ ਕਬੀਲੇ ਨਿਡਰ ਅਤੇ ਲੜਾਕੇ ਸਨ, ਇਸੇ ਲਈ ਪਿਸ਼ਾਵਰ 'ਤੇ ਕਬਜ਼ਾ ਕਰਨਾ ਕਠਿਨ ਸੀ। ਖਾਲਸਾ ਫੌਜ ਨੇ 3 ਵੇਰ ਪਿਸ਼ਾਵਰ ਜਿੱਤਿਆ, ਪਰ ਇਸ ਨੂੰ ਆਪਣੇ ਰਾਜ ਵਿੱਚ ਮੁਕੰਮਲ ਤੌਰ 'ਤੇ ਸ਼ਾਮਿਲ ਨਹੀਂ ਕੀਤਾ। ਪਿਸ਼ਾਵਰ ਵਪਾਰਕ ਕੇਂਦਰ ਵੀ ਸੀ। ਇੱਥੋਂ ਦਾ ਵਧੀਆ ਚਾਵਲ ਵੀ ਬਰਾਮਦ ਹੁੰਦਾ ਸੀ। ਪਿਸ਼ਾਵਰ ਉੱਤੇ ਅਚਾਨਕ ਹੀ ਸਿੱਖਾਂ ਦੇ ਕਬਜ਼ੇ ਦਾ ਜਦੋਂ ਦੋਸਤ ਮੁਹੰਮਦ ਖਾਨ ਨੂੰ ਪਤਾ ਲੱਗਾ ਤਾਂ ਉਸ ਨੇ ਪਿਸ਼ਾਵਰ ਉੱਪਰ ਜ਼ਬਰਦਸਤ ਹਮਲਾ ਦੀ ਤਿਆਰੀ ਕੀਤੀ, ਪਰ ਜਦੋਂ ਉਸ ਨੂੰ ਖਾਲਸਾ ਰਾਜ ਦੀ ਖਾਲਸਾ ਫੌਜ ਦੀ ਅਸਲੀ ਸ਼ਕਤੀ ਬਾਰੇ ਪੂਰੀ ਜਾਣਕਾਰੀ ਮਿਲੀ ਤਾਂ ਉਸ ਨੇ ਅਫਗਾਨਿਸਤਾਨ ਅਤੇ ਖਾਲਸਾ ਰਾਜ ਵਿਚਕਾਰ ਸੀਮਾ ਦੀ ਨਿਸ਼ਾਨਦੇਹੀ ਕਰਨ ਲਈ ਗੱਲਬਾਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਫਕੀਰ ਅਜੀਜ਼ ਉਲ ਦੀਨ ਅਤੇ ਆਪਣੇ ਇੱਕ ਅਮਰੀਕੀ ਫੌਜੀ ਅਫਸਰ ਹਾਰਲੈਨ ਨੂੰ ਗੱਲਬਾਤ ਲਈ ਕਾਬਲ ਭੇਜਣਾ ਮੰਨ ਲਿਆ, ਪਰ ਦੋਸਤ ਮੁਹੰਮਦ ਨੇ ਇਹਨਾਂ ਦੋਹਾਂ ਨੂੰ ਕੈਦ ਕਰ ਲਿਆ। ਮਹਾਰਾਜੇ ਨੇ ਇਸ ਧੋਖੇ ਅਤੇ ਵਿਸਾਘਾਤ ਦੇ ਉੱਤਰ ਵਜੋਂ ਕਾਬਲ ਰਾਜ ਦੀ ਸੀਮਾ ਦੀ ਪਹਿਲੀ ਚੌਂਕੀ ਉੱਪਰ ਹਮਲਾ ਕਰ ਦਿੱਤਾ। ਦੋਸਤ ਮੁਹੰਮਦ ਇਸ ਤੋਂ ਭੈਭੀਤ ਹੋ ਗਿਆ ਅਤੇ ਉਸਨੇ ਫਕੀਰ ਅਜੀਜ਼ ਉਲ ਦੀਨ ਅਤੇ ਹਾਰਲੈਨ ਨੂੰ ਖਿਲਅਤ ਦੇ ਕੇ ਰਿਹਾ ਕਰ ਦਿੱਤਾ। ਇਸ 'ਤੇ ਫਕੀਰ ਅਜੀਜ਼ ਉਲ ਦੀਨ ਨੇ ਮਹਾਰਾਜੇ ਨੂੰ ਸਲਾਹ ਦਿੱਤੀ ਕਿ ਉਹ ਕਾਬੁਲ ਉੱਪਰ ਚੜ੍ਹਾਈ ਕਰਨ ਲਈ ਵਿੱਚ ਕਾਹਲੀ ਨਾ ਕਰੇ, ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਅਫਗਾਨਾਂ ਪ੍ਰਤੀ ਆਕਰਮਣਸ਼ੀਲ ਨੀਤੀ ਦੇ ਸੰਕੇਤ ਵਜੋਂ ਹਰੀ ਸਿੰਘ ਨਲਵੇ ਨੂੰ ਤੁਰੰਤ ਪੇਸ਼ਾਵਰ ਦਾ ਨਾਜ਼ਮ ਗਵਰਨਰ ਨਿਯੁਕਤ ਕਰ ਦਿੱਤਾ। ਇਸੇ ਨੀਤੀ ਅਧੀਨ ਹਰੀ ਸਿੰਘ ਨੇ ਮਿਸ਼ਚੀ ਅਤੇ ਸ਼ਕਰਗੜ੍ਹ ਵਿਖੇ ਕਿਲ੍ਹੇ ਉਸਾਰੇ ਅਤੇ ਖੈਬਰ ਦਰੇ ਦੇ ਨਜ਼ਰ ਰੱਖਣ ਲਈ ਜਮਰੌਦ ਦੇ ਕਬਜ਼ਾ ਕਰਕੇ ਉੱਥੇ ਦੀ ਗੜ੍ਹੀ ਨੂੰ ਫਤਿਹਗੜ੍ਹ ਕਿਲ੍ਹੇ ਵਿੱਚ ਤਬਦੀਲ ਕਰਨ ਦੀ ਵੇਰਵੇ ਭਰਪੂਰ ਯੋਜਨਾ ਤਿਆਰ ਕਰ ਲਈ। ਇਸੇ ਲਈ ਕਾਬਲ ਦੇ ਅਮੀਰ ਦੋਸਤ ਮੁਹੰਮਦ ਖਾਨ ਨੇ ਹਰੀ ਸਿੰਘ ਨੂੰ ਆਪਣੀ ਇੱਕ ਚਿੱਠੀ ਲਿਖੀ, ਤੁਸੀਂ ਪਿਸ਼ਾਵਰ 'ਤੇ ਆਪਣਾ ਅਧਿਕਾਰ ਰੱਖੋ, ਇਹ ਮਹਾਰਾਜੇ ਦੇ ਇਲਾਕੇ ਵਿੱਚ ਹੈ, ਪਰ ਤੁਸੀਂ ਖੈਬਰੀਆਂ ਦੇ ਇਲਾਕੇ ਵਿੱਚੋਂ ਜਮਰੌਦ, ਜੋ ਖੈਬਰ ਦੀ ਹੱਦ ਹੈ, 'ਤੇ ਕਬਜ਼ਾ ਕਰਕੇ ਚੰਗਾ ਨਹੀਂ ਕੀਤਾ। ਖੈਬਰੀ ਇਸ ਨੂੰ ਵਾਪਸ ਲੈਣ ਲਈ ਕੁਝ ਵੀ ਕਰਨਗੇ ਅਤੇ ਮੇਰਾ ਪੁੱਤਰ ਮੁਹੰਮਦ ਅਕਬਰ ਖਾਂ ਉਹਨਾਂ ਦੀ ਜ਼ਰੂਰ ਸਹਾਇਤਾ ਕਰੇਗਾ।
ਇਸ ਲਈ ਚੰਗਾ ਇਹੀ ਹੋਵੇਗਾ ਕਿ ਤੁਸੀਂ ਉੱਥੇ ਕਿਲ੍ਹਾ ਨਾ ਉਸਾਰੋ। ਇਸ ਸਮੇਂ ਤੱਕ ਹਰੀ ਸਿੰਘ ਆਪਣੇ ਜੀਵਨ ਦੀਆਂ ਸਿਖਰ ਪ੍ਰਾਪਤੀਆਂ 'ਤੇ ਪੁੱਜ ਚੁੱਕਾ ਸੀ। ਅਫਗਾਨ ਖੂਨ ਖਵਾਰ ਕਬੀਲਿਆਂ ਵਿੱਚ ਉਸ ਦੀ ਬਹਾਦਰੀ ਅਤੇ ਅਜੀਤਤਾ ਦੀ ਧਾਕ ਬੈਠ ਚੁੱਕੀ ਸੀ। ਰਵਾਇਤ ਪ੍ਰਚਲਿਤ ਹੈ ਕਿ ਖਲੀਲ ਅਤੇ ਮੁਹੰਮਦ ਕਬੀਲਿਆਂ ਦੀਆਂ ਆਪਣੇ ਬੱਚਿਆਂ ਨਾਲ ਛਿਜੀਆਂ ਪਈਆਂ ਔਰਤਾਂ ਆਪਣੇ ਰੋਂਦੇ ਬਾਲ ਚੁੱਪ ਕਰਾਉਣ ਲਈ ਕਹਿੰਦੀਆਂ, ਚੁੱਪ ਛੋ ਹਰੀਆ ਰਾਗਲੇ, ਚੁੱਪ ਕਰ ਹਰੀ ਸਿੰਘ ਆ ਗਿਆ। ਪੇਸ਼ਾਵਰ ਅਤੇ ਦਰਾ ਖੈਬਰ ਦੇ ਰਾਹ ਦੀ ਚੋਟੀ ਜਮਰੌਦ ਜਿੱਤਣ ਪਿੱਛੋਂ ਭਾਰਤੀ ਉਪ ਮਹਾਂਦੀਪ ਦੇ ਸਰਹੱਦੀ ਇਲਾਕਿਆਂ ਵਿੱਚ ਜਦੋਂ 800 ਸਾਲ ਲਗਾਤਾਰ ਵਿਭਿੰਨ ਧਾੜਵੀਆਂ ਨੇ ਆ ਕੇ ਭਾਰਤੀ ਮੈਦਾਨਾਂ ਨੂੰ ਲਿਤਾੜਿਆ ਸੀ, ਉੱਥੇ ਹੁਣ ਹਰੀ ਸਿੰਘ ਨਲਵੇ ਦਾ ਨਾਂ ਗੂੰਜਣ ਲੱਗਾ। ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਲਾਇਕ, ਬਹਾਦਰ ਅਤੇ ਵਫਾਦਾਰ ਸਰਦਾਰ ਮੰਨਦੇ ਸਨ। ਉਸ ਦੀ ਤੀਖਣ ਬੁੱਧੀ ਅਤੇ ਯੁੱਧ ਕਲਾ ਵਿੱਚ ਪਰਪੱਕਤਾ ਦੇ ਵੀ ਉਹ ਚੰਗੇ ਪ੍ਰਸ਼ੰਸਕ ਸਨ। ਖਾਲਸਾ ਰਾਜ ਤੋਂ ਪਹਿਲਾਂ ਸਰਹੱਦੀ ਇਲਾਕੇ ਵਿੱਚ ਅਫਗਾਨ ਧਾੜਵੀ ਕਬਜ਼ੇ ਕਰਦੇ ਅਤੇ ਜ਼ੋਰ ਜ਼ਬਰ ਕਰਦੇ ਰਹਿੰਦੇ ਸਨ। ਹਰੀ ਸਿੰਘ ਨਲਵੇ ਨੇ ਖਾਲਸਾ ਫੌਜਾਂ ਦਾ ਅਫਗਾਨਾਂ ਉੱਤੇ ਪੂਰਾ ਦਬਦਬਾ ਬਣਾ ਦਿੱਤਾ ਅਤੇ ਉਸ ਦੇ ਨਾਂ ਦੀ ਇੰਨੀ ਦਹਿਸ਼ਤ ਸੀ ਕਿ ਇਲਾਕੇ ਵਿੱਚ ਅਮਨ ਸ਼ਾਂਤੀ ਬਣਿਆ ਰਹਿੰਦਾ ਸੀ। 1837 ਈਸਵੀ ਮਾਰਚ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌ ਨਿਹਾਲ ਸਿੰਘ ਸਪੁੱਤਰ ਕੰਵਰ ਖੜਕ ਸਿੰਘ ਦਾ ਵਿਆਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਲੜਕੀ ਨਾਲ ਹੋਣਾ ਨਿਸ਼ਚਿਤ ਹੋਇਆ। ਰਣਜੀਤ ਸਿੰਘ ਇਸ ਵਿਆਹ ਦੇ ਅਵਸਰ 'ਤੇ ਆਪਣੇ ਰਾਜ ਦੀ ਸ਼ਾਨ, ਖੁਸ਼ਹਾਲੀ ਅਤੇ ਸ਼ਕਤੀ ਦਾ ਖੁੱਲ੍ਹ ਕੇ ਵਿਖਾਵਾ ਕਰਨਾ ਚਾਹੁੰਦਾ ਸੀ। ਇਸ ਲਈ ਉਸਨੇ ਸਤਲੁਜ ਹੇਠਾੜ ਇਲਾਕਿਆਂ ਦੇ ਸਿੱਖ ਰਾਜੇ, ਮਹਾਰਾਜਿਆਂ ਅਤੇ ਬਰਤਾਨਵੀ ਗਵਰਨਰ ਜਨਰਲ ਤੇ ਕਮਾਂਡਰ ਇਨ ਚੀਫ ਨੂੰ ਵੀ ਸੱਦਾ ਦਿੱਤਾ। ਗਵਰਨਰ ਜਨਰਲ ਤਾਂ ਨਾ ਆਇਆ, ਪਰ ਸਰ ਹੈਨਰੀ ਫੇਨ ਕਮਾਂਡਰ ਇਨ ਚੀਫ ਅਤੇ ਉਸ ਦੀ ਪਤਨੀ ਵਿਸ਼ਿਸ਼ਟ ਪ੍ਰਾਹੁਣਿਆਂ ਵਜੋਂ ਹਾਜ਼ਰ ਹੋਈਆਂ। ਇਸ ਸਮੇਂ ਹਰੀ ਸਿੰਘ ਨਲਵੇ ਦੀ ਗੈਰ ਹਾਜ਼ਰੀ ਬੜੀ ਰੜਕਦੀ ਰਹੀ। ਕੰਵਰ ਨੌ ਨਿਹਾਲ ਸਿੰਘ ਨੇ ਮਹਾਰਾਜਾ ਸਾਹਿਬ ਦੇ ਕਹਿਣ 'ਤੇ ਸਰਦਾਰ ਹਰੀ ਸਿੰਘ ਅਫਗਾਨੀ ਇਲਾਕਿਆਂ ਦੀਆਂ ਮੁਹਿੰਮਾਂ ਵਿੱਚ ਭਾਗ ਲਿਆ ਸੀ। ਉਸ ਨੇ ਨਿੱਜੀ ਸੰਦੇਸ਼ ਵੀ ਭੇਜੇ, ਪਰ ਹਰੀ ਸਿੰਘ ਨਾ ਆਇਆ। ਇਸ ਦੇ ਇਤਿਹਾਸਕ ਪੱਖ ਤੋਂ ਦੋ ਕਾਰਨ ਸਮਝੇ ਜਾ ਸਕਦੇ ਹਨ। ਇੱਕ ਤਾਂ ਹਰੀ ਸਿੰਘ ਨੂੰ ਦੋਸਤ ਮੁਹੰਮਦ ਖਾਂ ਵੱਲੋਂ ਜ਼ਬਰਦਸਤ ਅਫਗਾਨੀ ਹਮਲੇ ਦੀ ਸੰਭਾਵਨਾ ਸਪਸ਼ਟ ਦਿਖ ਰਹੀ ਸੀ ਅਤੇ ਦੂਸਰੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੰਵਰ ਖੜਕ ਸਿੰਘ ਨੂੰ ਜਾਨਸ਼ੀਨ ਬਣਾਉਣ ਦਾ ਪੱਕਾ ਇਰਾਦਾ ਉਸ ਨੂੰ ਖਾਲਸਾ ਰਾਜ ਦੀ ਸਲਾਮਤੀ ਲਈ ਗੰਭੀਰ ਵੰਗਾਰ ਜਾਪ ਰਿਹਾ ਸੀ। ਆਪਣੇ ਇਸ ਦਾਅਵੇ ਨੂੰ ਪੂਰਾ ਕਰਨ ਲਈ ਮਹਾਰਾਜਾ ਅੰਗਰੇਜ਼ਾਂ ਦੀ ਕੋਈ ਵੀ ਮੰਗ ਪੂਰੀ ਕਰਨ ਲਈ ਤਿਆਰ ਬੈਠਾ ਸੀ। ਇਸ ਸਥਿਤੀ ਦਾ ਸਾਜ਼ਿਸ਼ੀ ਡੋਗਰੇ, ਮੇਰਠ ਤੇ ਬ੍ਰਾਹਮਣ ਦਰਬਾਰੀ, ਕੁਝ ਪੰਜਾਬੀ ਹਿੰਦੂ ਅਤੇ ਦੋਸਤ ਮੁਹੰਮਦ ਖਾਨ ਪੂਰਾ ਫਾਇਦਾ ਉਠਾਉਣ ਲਈ ਤਤਪਰ ਸਨ। ਅਫਗਾਨੀ ਹਮਲੇ ਦੀ ਸੰਭਾਵਨਾ ਸੰਬੰਧੀ ਹਰੀ ਸਿੰਘ ਦੀ ਦੂਰ-ਰਸੀ ਸੋਚ ਤਾਂ ਛੇਤੀ ਸਾਹਮਣੇ ਆਉਣ ਦੇ ਹਾਲਾਤ ਬਣ ਗਏ। ਇਸ ਲਈ ਹਰੀ ਸਿੰਘ ਨੇ ਮਹਾਰਾਜੇ ਨੂੰ ਵਿਸ਼ੇਸ਼ ਦੂਤਾਂ ਰਾਹੀਂ ਤੁਰੰਤ ਫੌਜੀ ਕੁਮਕ ਸਹਾਇਤਾ ਭੇਜਣ ਲਈ 3 ਸੰਦੇਸ਼ ਭੇਜੇ। ਸਮਝਿਆ ਜਾਂਦਾ ਹੈ ਕਿ ਇਹ ਸੰਦੇਸ਼ ਰਾਜਾ ਧਿਆਨ ਸਿੰਘ ਨੇ ਮਹਾਰਾਜੇ ਤੱਕ ਨਾ ਪੁੱਜਣ ਦਿੱਤੇ ਅਤੇ ਉੱਥੇ ਸਮੇਂ ਸਿਰ ਸੈਨਿਕ ਸਹਾਇਤਾ ਨਾ ਮਿਲ ਸਕੀ। ਪਹਿਲੇ ਵੇਰ ਹਰੀ ਸਿੰਘ ਨੇ ਲਿਖਿਆ ਸੀ, ਅਫਗਾਨ ਵਹੀਰ ਜਲਾਲਾਬਾਦ ਤੱਕ ਪੁੱਜ ਗਈ ਹੈ। ਦੂਸਰੇ ਪੱਤਰ ਵਿੱਚ ਸੂਚਨਾ ਘੱਲੀ ਗਈ ਸੀ ਕਿ ਮੁਹੰਮਦ ਅਫਜ਼ਲ ਨੇ ਜਮਰੌਦ ਦੇ ਦਾਮਨ ਕੋਲ ਪੁੱਜ ਕੇ ਮੋਰਚਾ ਕਾਇਮ ਕਰ ਲਿਆ ਹੈ। ਨਾਲ ਹੀ ਇਹ ਵੀ ਕਿ ਹਰੀ ਸਿੰਘ ਨੇ ਆਪ ਅਲੀ ਮਰਦਾਨ ਦੇ ਬਾਗ ਵਿੱਚ ਪੇਸ਼ਾਵਰ ਦੀ ਰੱਖਿਆ ਲਈ ਤੋਪਖਾਨਾ ਬੀੜ ਲਿਆ ਹੈ। ਤੀਸਰੇ ਚਿੱਠੀ ਵਿੱਚ ਹਰੀ ਸਿੰਘ ਨਲਵੇ ਨੇ ਆਪਣੀ ਪੇਸ਼ਾਵਰ ਤੋਂ ਜਮਰੌਦ ਵੱਲ ਕੂਚ ਕਰਨ ਦੀ ਸੂਚਨਾ ਭੇਜੀ। ਹਰੇਕ ਚਿੱਠੀ ਵਿੱਚ ਸੈਨਿਕ ਸਹਾਇਤਾ ਤੇ ਛੇਤੀ ਭੇਜਣ ਲਈ ਬੇਨਤੀ ਕੀਤੀ ਗਈ ਸੀ। ਇਹਨਾਂ ਘਟਨਾਵਾਂ ਸੰਬੰਧੀ ਲਿਖਦਿਆਂ ਪ੍ਰਸਿੱਧ ਇਤਿਹਾਸਕਾਰ ਕਨਿੰਗਮ ਜ਼ੋਰਦਾਰ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਸ਼ਾਇਦ ਰਣਜੀਤ ਸਿੰਘ ਆਪ ਹੀ ਹਰੀ ਸਿੰਘ ਤਾਈਂ ਈਰਖਾ ਕਰਨ ਲੱਗ ਪਿਆ ਸੀ। ਨਾਲ ਹੀ ਉਹ ਇਹ ਵੀ ਕਹਿੰਦਾ ਹੈ ਕਿ ਹਰੀ ਸਿੰਘ ਜੋਸ਼ੀਲਾ ਅਤੇ ਨਿਸ਼ਠਾਵਾਨ ਸਿੱਖ ਸੀ, ਉਹ ਕਦੇ ਵੀ ਧੋਖੇਬਾਜ਼ ਨਹੀਂ ਹੋ ਸਕਦਾ ਸੀ।
ਉਹ ਤਾਂ ਬੇਲਾਗ ਨੇਕ ਨੀਤੀ ਵਾਲਾ ਇਨਸਾਨ ਸੀ। ਦੁਸ਼ਮਣ ਤਾਂ ਉਸ ਤੋਂ ਡਰਦੇ ਹੀ ਸਨ, ਪਰ ਉਸ ਦੀ ਹਾਜ਼ਰੀ ਵਿੱਚ ਦਰਬਾਰੀ ਵੀ ਉਸ ਤੋਂ ਕੰਨੀ ਕਤਰਾਉਂਦੇ ਸਨ। ਇਸ ਪੜਾਅ 'ਤੇ ਜਮਰੌਦ ਦੀ ਲੜਾਈ ਦਾ ਸੰਖੇਪ ਹਾਲ ਦੇਣਾ ਜ਼ਰੂਰੀ ਜਾਪਦਾ ਹੈ। ਅਮੀਰ ਦੋਸਤ ਖਾਨ ਪਿਸ਼ਾਵਰ ਅਤੇ ਜਮਰੌਦ ਹੱਥੋਂ ਨਿਕਲ ਜਾਣ ਨੂੰ ਬਰਦਾਸ਼ਤ ਨਹੀਂ ਕਰ ਰਿਹਾ ਸੀ। ਨਾਲ ਹੀ ਅਫਗਾਨਾਂ ਵਿੱਚ ਇਸ ਗੱਲ ਤੋਂ ਵੀ ਘਬਰਾਹਟ ਸੀ ਕਿ ਹਰੀ ਸਿੰਘ ਕਿਲ੍ਹੇ ਉਸਾਰ ਕੇ ਇਹਨਾਂ ਇਲਾਕਿਆਂ ਉੱਪਰ ਆਪਣਾ ਕਬਜ਼ਾ ਛੇਤੀ ਹੀ ਪੱਕਾ ਕਰਨ ਦੇ ਉਪਰਾਲੇ ਕਰ ਰਿਹਾ ਸੀ। ਇਸ ਲਈ ਦੋਸਤ ਮੁਹੰਮਦ ਨੇ ਆਪਣੇ ਲਾਇਕ ਅਤੇ ਯੋਗ ਸਪੁੱਤਰ ਮਿਰਜ਼ਾ ਸਮੀ ਖਾਨ ਨੂੰ 30,000 ਸੁਲੱਖੀਆਂ ਫੌਜਾਂ ਅਤੇ 40 ਵੱਡੀਆਂ ਤੋਪਾਂ ਦੇ ਕੇ ਖੈਬਰ ਵੱਲ ਕੂਚ ਕਰਾਇਆ ਅਤੇ ਨਾਲ 2,000 ਰਸਾਲਾ ਫੌਜ, 10,000 ਮੁਲਖੀਆ ਅਤੇ 6 ਤੋਪਾਂ ਹੋਰ ਘੱਲੀਆਂ। ਸਮੀ ਖਾਨ ਨੇ ਲੰਡੀ ਖਾਨੇ ਪੁੱਜਦੇ ਸਾਰ ਸਾਰੇ ਅਫਗਾਨ ਕਬੀਲਿਆਂ ਨੂੰ ਮਿਲਤ ਦੇ ਨਾਂ 'ਤੇ ਇਕੱਠਾ ਕਰ ਲਿਆ। ਉਸ ਨੂੰ ਪਤਾ ਸੀ ਕਿ ਇਸ ਸਮੇਂ ਪਿਸ਼ਾਵਰ ਤੋਂ ਕਾਫੀ ਖਾਲਸਾ ਫੌਜ ਕੰਵਰ ਨਿਹਾਲ ਸਿੰਘ ਦੀ ਸ਼ਾਦੀ ਵਿੱਚ ਆਏ ਵਿਦੇਸ਼ੀ ਪ੍ਰਾਹੁਣਿਆਂ ਦੇ ਸੁਰੱਖਿਆ ਪ੍ਰਬੰਧਾਂ ਲਈ ਗਈ ਹੋਈ ਹੈ ਅਤੇ ਉਹ ਇਸ ਅਵਸਰ ਨੂੰ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦੇ ਸੀ। ਛੇਤੀ ਹੀ ਦੋਹੀਂ ਪਾਸੇ ਗੋਲਾਬਾਰੀ ਸ਼ੁਰੂ ਹੋ ਗਈ। ਜਮਰੌਦ ਦੇ ਕਿਲ੍ਹੇਦਾਰ ਮਹਾਂ ਸਿੰਘ ਨੇ ਆਪਣੀ ਦੇਖ ਰੇਖ ਵਿੱਚ ਭਾਰੀ ਗੋਲਾਬਾਰੀ ਕਾਰਵਾਈ ਅਤੇ ਸਿੱਟੇ ਵਜੋਂ ਅਫਗਾਨੀ ਵਹੀਰ ਅੱਗੇ ਨਾ ਵਧ ਸਕੀ। ਦੂਸਰੇ ਦਿਨ ਵੀ ਭਿਆਨਕ ਜੰਗ ਦੇ ਸਿੱਟੇ ਵਜੋਂ ਕਿਲ੍ਹੇ ਦੀ ਇੱਕ ਪਾਸੇ ਦੀ ਵਹੀਰ ਵਿੱਚ ਪਾੜ ਪੈ ਗਿਆ, ਪਰ ਅਫਗਾਨੀ ਫੌਜਾਂ ਨੇ ਕਿਲ੍ਹੇ ਵਿੱਚ ਦਾਖਲ ਹੋ ਕੇ ਕਬਜ਼ਾ ਕਰਨ ਦਾ ਹਿਆ ਨਾ ਕੀਤਾ। ਸਿੱਟੇ ਵਜੋਂ ਮਹਾਂ ਸਿੰਘ ਨੇ ਰਾਤੋਂ ਰਾਤ ਕਿਲ੍ਹੇ ਦੀ ਦੀਵਾਰ ਵਿੱਚ ਪਏ ਪਾੜ ਨੂੰ ਭਰ ਕੇ ਕਿਲ੍ਹੇ ਦੀ ਮਜ਼ਬੂਤੀ ਸੁਨਿਸ਼ਚਿਤ ਕਰ ਲਈ। ਪਰ ਇਸ ਸਮੇਂ ਦੀ ਸਥਿਤੀ ਬਾਰੇ ਸਰਦਾਰ ਹਰੀ ਸਿੰਘ ਨਲਵੇ ਨੂੰ ਪਿਸ਼ਾਵਰ ਵਿਖੇ ਵੇਰਵੇ ਭਰਪੂਰ ਜਾਣਕਾਰੀ ਦੇਣੀ ਜ਼ਰੂਰੀ ਸੀ। ਕਿਲ੍ਹੇਦਾਰ ਮਹਾਂ ਸਿੰਘ ਨੇ ਇਹ ਕਠਿਨ ਕਾਰਜ ਨੇਪਰੇ ਚਾੜ੍ਹਨ ਲਈ ਕਿਲ੍ਹੇ ਵਿਚਲੇ ਜਵਾਨਾਂ ਨੂੰ ਵੰਗਾਰਿਆ। ਉਸ ਸਮੇਂ ਅਸ਼ੋਪ ਹੀ ਇੱਕ ਨੌਜਵਾਨ ਹਿੰਮਤੀ ਔਰਤ ਹਰਸ਼ਰਨ ਕੌਰ ਨੇ ਇਹ ਕਾਰਜ ਰਾਤੋਂ ਰਾਤ ਕਰਨ ਦਾ ਜ਼ਿੰਮਾ ਲੈ ਲਿਆ। ਕੁੱਤੇ ਦੇ ਭੇਸ ਵਿੱਚ ਇਹ ਸੁਵਿਤੀ ਪਹਾੜੀਆਂ ਵਿੱਚੋਂ ਟਪੂਸੀਆਂ ਮਾਰਦੀ ਸਵੇਰੇ 2 ਵਜੇ ਕਰੀਬ ਹਰੀ ਸਿੰਘ ਨਲਵੇ ਕੋਲ ਜਾ ਪੇਸ਼ ਹੋਈ। ਹਰੀ ਸਿੰਘ ਨੇ ਬਹਾਦਰ ਹਰਸ਼ਰਨ ਕੌਰ ਦੇ ਸਨਮਾਨ ਵਿੱਚ ਤੋਪ ਦਾ ਇੱਕ ਗੋਲਾ ਦਾਗਣ ਦਾ ਹੁਕਮ ਦਿੱਤਾ ਅਤੇ ਨਾਲ ਹੀ 10,000 ਸੈਨਿਕਾਂ ਦੀ ਇੱਕ ਬਟਾਲੀਅਨ ਨੂੰ ਤੁਰੰਤ ਜਮਰੌਦ ਵੱਲ ਕੂਚ ਕਰਨਾ ਦਿੱਤਾ। ਇਸ ਸਮੇਂ ਹਰੀ ਸਿੰਘ ਨੂੰ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਵੈਦਾਂ ਨੇ ਉਸ ਨੂੰ ਪੂਰੇ ਆਰਾਮ ਦੀ ਸਲਾਹ ਦੇ ਰੱਖੀ ਸੀ, ਪਰ ਫਿਰ ਵੀ ਹਰੀ ਸਿੰਘ ਨੇ ਮੈਦਾਨੇ ਜੰਗ ਵਿੱਚ ਪੁੱਜ ਕੇ ਸੂਰਮਿਆਂ ਨਾਲ ਜੂਝਣ ਦਾ ਫੈਸਲਾ ਕਰ ਲਿਆ। ਦਿਨ ਚੜ੍ਹਦੇ ਹੀ ਹਰੀ ਸਿੰਘ ਮੈਦਾਨੇ ਜੰਗ ਵਿੱਚ ਅਫਗਾਨਾਂ ਨੂੰ ਲਲਕਾਰ ਰਿਹਾ ਸੀ। ਨਲੂਏ ਦੀ ਪਹੁੰਚ ਨੇ ਖਾਲਸੇ ਦੇ ਹੌਸਲੇ ਬੁਲੰਦ ਕਰ ਦਿੱਤੇ। ਅਫਗਾਨਾਂ ਨੇ ਬੜੀ ਦ੍ਰਿੜਤਾ ਨਾਲ ਟਾਕਰਾ ਕੀਤਾ, ਪਰ ਕੁਝ ਸਮੇਂ ਪਿੱਛੋਂ ਉਹਨਾਂ ਦੇ ਪੈਰ ਉਖੜਨ ਲੱਗੇ। ਨਵਾਬ ਸਬੀ ਖਾਨ ਨੇ ਜ਼ਖਮੀ ਹੋਣ ਕਰਕੇ ਅਫਗਾਨੀ ਵਹੀਰ ਵਿੱਚ ਭਾਜੜ ਪੈ ਗਈ। ਇਸ ਲੜਾਈ ਵਿੱਚ ਮੰਗਲ ਸਿੰਘ ਰਾਮਗੜੀਏ ਨੇ ਵੱਡੀ ਬੀਰਤਾ ਦਿਖਾਈ। ਹਰੀ ਸਿੰਘ ਨੇ ਉਸ ਨੂੰ ਬਹਾਦਰ ਮੰਗਲ ਸਿੰਘ ਕਹਿ ਕੇ ਉਸ ਦੀ ਪ੍ਰਸ਼ੰਸਾ ਕੀਤੀ। ਮਿਚਨੀ ਅਤੇ ਸ਼ਕਰਗੜ੍ਹ ਦੇ ਕਿਲ੍ਹਿਆਂ ਦੀ ਰੱਖਿਆ ਸਰਦਾਰ ਲਹਿਣਾ ਸਿੰਘ ਸੰਧਾਵਾਲੀਆ ਨੇ ਬੜੀ ਜੁਗਤੀ ਅਤੇ ਬਹਾਦਰੀ ਨਾਲ ਕੀਤੀ ਅਤੇ ਹਾਜੀ ਖਾਨ ਨੂੰ ਉਸ ਨੇ ਪਹਾੜੀ ਖੁੰਦਰਾਂ ਵਿੱਚ ਹੀ ਘੇਰ ਰੱਖਿਆ। ਅਫਗਾਨੀ ਗਾਜ਼ੀਆਂ ਵਿੱਚ ਪਈ ਭਾਜੜ ਪਿੱਛੋਂ ਹਰੀ ਸਿੰਘ ਨਲਵਾ ਕਿਲ੍ਹੇ ਜਮਰੌਦ ਵੱਲ ਵਾਪਸ ਮੁੜ ਪਿਆ। ਇਸ ਸਮੇਂ ਅਚਾਨਕ ਹੀ ਹਰੀ ਸਿੰਘ ਉੱਪਰ 2 ਗੋਲੇ ਆ ਡਿੱਗੇ। ਸਿਆਣੇ ਸਰਦਾਰ ਨੇ ਮਾਰੂ ਜ਼ਖਮ ਹੋ ਜਾਣ 'ਤੇ ਵੀ ਪੂਰੇ ਸਾਹਸ ਨਾਲ ਆਪਣੇ ਘੋੜੇ ਦੀ ਮੁਹਾੜ ਕਿਲ੍ਹੇ ਵੱਲ ਮੋੜ ਲਈ ਤਾਂ ਜੋ ਫੌਜਾਂ ਵਿੱਚ ਕੋਈ ਨਿਰਾਸ਼ਾ ਨਾ ਬਣ ਜਾਵੇ। ਵੇੜ ਨੇ ਲਿਖਿਆ ਹੈ ਕਿ ਨਲਵੇ ਸਰਦਾਰ ਨੂੰ 4 ਜ਼ਖਮ ਹੋਏ। 2 ਛਾਤੀ ਵਿੱਚ ਤਲਵਾਰ ਦੇ ਜ਼ਖਮ ਸਨ ਅਤੇ ਇੱਕ ਤੀਰ ਛਾਤੀ ਵਿੱਚ ਧੱਸ ਗਿਆ ਸੀ, ਜਿਸ ਨੂੰ ਹਰੀ ਸਿੰਘ ਨੇ ਆਪ ਹੀ ਬਾਹਰ ਕੱਢ ਖਿੱਚ ਦਿੱਤਾ ਸੀ। ਇਸ ਤੋਂ ਪਿੱਛੋਂ ਵੀ ਉਹ ਫੌਜਾਂ ਨੂੰ ਹੁਕਮ ਦਿੰਦਾ ਰਿਹਾ, ਜਦੋਂ ਤੱਕ
ਕਿ ਇੱਕ ਪਾਸੇ ਬੰਦੂਕ ਦਾ ਗੋਲਾ ਉਸ ਨੂੰ ਘਾਇਲ ਨਾ ਕਰ ਗਿਆ। ਜਦੋਂ ਉਹ ਕਿਲ੍ਹੇ ਵਿੱਚ ਪੁੱਜਾ ਤਾਂ ਉਸ ਨੇ ਹਦਾਇਤ ਕੀਤੀ ਕਿ ਉਸ ਦੀ ਮੌਤ ਦੀ ਖਬਰ ਉਦੋਂ ਤੱਕ ਗੁਪਤ ਰੱਖੀ ਜਾਵੇ ਜਦੋਂ ਤੱਕ ਮਹਾਰਾਜੇ ਵੱਲੋਂ ਫੌਜੀ ਸਹਾਇਤਾ ਨਾ ਪੁੱਜ ਜਾਵੇ। ਕਿਹਾ ਜਾਂਦਾ ਹੈ ਕਿ ਰਣਜੀਤ ਸਿੰਘ ਨੂੰ ਜਦੋਂ ਹਰੀ ਸਿੰਘ ਨਲਵੇ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਆਪਣੇ ਇਸ ਨਿਸ਼ਕਪਟ ਅਤੇ ਸੱਚੇ ਸੁੱਚੇ ਵਫਾਦਾਰ ਜਰਨੈਲ ਦੀ ਮੌਤ 'ਤੇ ਬਹੁਤ ਰੋਇਆ। ਅਫਗਾਨਾਂ ਦੇ ਪ੍ਰਸਿੱਧ ਇਤਿਹਾਸਕਾਰ ਉਲਾਫ ਕਾਰੋ ਅਨੁਸਾਰ ਹਰੀ ਸਿੰਘ ਨਲਵਾ ਆਦਰਸ਼ ਸਿੱਖ ਯੋਧਾ ਸੀ, ਖਰਵਾ ਪਰ ਭਰੋਸੇਯੋਗ, ਦਰਸ਼ਨੀ ਸੂਰਮਾ ਅਤੇ ਰਣਜੀਤ ਸਿੰਘ ਦੇ ਸਾਰੇ ਜਰਨੈਲਾਂ ਵਿੱਚੋਂ ਵਧੇਰੇ ਜੋਸ਼ੀਲਾ ਤੇ ਹਿੰਮਤੀ ਸੀ। ਹਿੰਦੁਸਤਾਨ ਦੇ ਇਤਿਹਾਸ ਵਿੱਚ ਜਮਰੌਦ ਦੀ ਲੜਾਈ 1837 ਈਸਵੀ ਦੀ ਜੰਗ ਇੱਕ ਮੀਲ ਪੱਥਰ ਹੈ ਅਤੇ ਇਸ ਦਾ ਨਿਵੇਕਲਾ ਹੀ ਮਹੱਤਵ ਮੰਨਿਆ ਜਾਂਦਾ ਹੈ। ਇਸ ਦੌਰਾਨ ਨਾਲ ਕੇਵਲ ਮਹਾਰਾਜਾ ਰਣਜੀਤ ਸਿੰਘ ਅਧੀਨ 40 ਸਾਲ ਵਿੱਚ ਉਭਰੀ ਸਿੱਖ ਸ਼ਕਤੀ ਦ੍ਰਿਸ਼ਟਮਾਨ ਹੁੰਦੀ ਹੈ, ਸਗੋਂ ਪਿਛਲੇ 800 ਸਾਲਾਂ ਦੇ ਇਤਿਹਾਸ ਵਿੱਚ ਤਿੱਖਾ ਮੋੜ ਉਲੀਕਿਆ ਗਿਆ। ਜਮਰੌਦ ਦੀ ਜੰਗ ਸਮੇਂ ਅਫਗਾਨਾਂ ਵਿਚਕਾਰ ਹਰੀ ਸਿੰਘ ਨਲਵੇ ਦੇ ਆਪਣੇ ਨਾਂ ਦਾ ਹੀ ਇਤਨਾ ਭੈ ਸੀ ਕਿ ਕੇਵਲ ਇਸੇ ਕਰਕੇ ਹੀ ਕਈ ਦਿਨ ਅਫਗਾਨ ਵਹੀਰਾਂ ਜਮਰੌਦ ਦੇ ਕਿਲ੍ਹੇ ਵੱਲ ਕੋਈ ਪੇਸ਼ਕਦਮੀ ਨਾ ਕਰ ਸਕੀਆਂ। ਹਰੀ ਸਿੰਘ ਨਲਵਾ 19ਵੀਂ ਸ਼ਤਾਬਦੀ ਦੇ ਉਹਨਾਂ ਵਿਰਲੇ ਇਤਿਹਾਸਕਾਰ ਨਾਇਕਾਂ ਵਿੱਚੋਂ ਹੋਇਆ ਹੈ ਜਿਨ੍ਹਾਂ ਦੇ ਕਾਰਨਾਮੇ ਆਉਂਦੀਆਂ ਪੀੜ੍ਹੀਆਂ ਲਈ ਪਹਿਲਾਂ ਪ੍ਰੇਰਨਾਦਾਇਕ ਦੰਦ ਕਥਾਵਾਂ ਅਤੇ ਫਿਰ ਗਥਾਵਾਂ ਬਣ ਗਏ। ਜੇ ਵਰਤਮਾਨ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਉੱਤਰ ਪੱਛਮੀ ਖੇਤਰ ਵਿੱਚ ਡਾਕੂਆਂ, ਲੁਟੇਰਿਆਂ ਅਤੇ ਕਬਾਇਲੀ ਧਾੜਵੀਆਂ ਨੂੰ ਸੱਭਿਅਕ ਬਣਾ ਕੇ ਹੀ ਹਰੀ ਸਿੰਘ ਨਲਵੇ ਨੂੰ ਆਮ ਜਨਤਾ ਉੱਪਰ ਵਧੀਕੀਆਂ ਨੂੰ ਠੱਲ ਪਾਉਣ ਵਿੱਚ ਸਫਲਤਾ ਮਿਲੀ। ਇਸ ਅਮਲ ਵਿੱਚ ਹਰੀ ਸਿੰਘ ਦੀ ਬਹਾਦਰੀ ਅਤੇ ਦਿਆਲੂ ਸੁਭਾਅ ਸੰਬੰਧੀ ਪ੍ਰਚਲਿਤ ਦੰਦ ਕਥਾਵਾਂ ਦੇ ਆਧਾਰ 'ਤੇ ਹੀ ਪੰਜਾਬੀ ਕਵੀਆਂ ਨੇ ਹਰੀ ਸਿੰਘ ਨਲਵੇ ਸੰਬੰਧੀ ਦਿਲਚਸਪ ਕਿੱਸੇ, ਸੀ ਹਰਫੀਆਂ, ਜੰਗਨਾਮੇ ਅਤੇ ਵਾਰਾਂ ਰਚੀਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਇਹ ਇੱਕ ਕੌੜੀ ਅਤੇ ਸ਼ਰਮਨਾਕ ਸੱਚਾਈ ਰਹੀ ਹੈ ਕਿ ਮਹਾਰਾਜੇ ਦਾ ਇੱਕੋ ਇੱਕ ਪ੍ਰਤਿਭਾਸ਼ੀਲ, ਸੱਚੇ ਸੁੱਚੇ ਅਤੇ ਆਪਣੀ ਹਿੰਮਤ ਅਤੇ ਵਿਸ਼ਵਾਸ ਦੁਆਰਾ ਸਫਲਤਾ ਪ੍ਰਾਪਤ ਕਰਨ ਵਾਲੇ ਸਰਦਾਰ ਹਰੀ ਸਿੰਘ ਨਲਵੇ ਦੇ ਜਮਰੌਦ ਦੇ ਕਿਲ੍ਹੇ ਵਿਖੇ ਰਾਜ ਦੀਆਂ ਸਰਹੱਦਾਂ ਦੀ ਰਖਵਾਲੀ ਕਰਦਿਆਂ ਆਪਣੇ ਜੀਵਨ ਦੀ ਆਹੂਤੀ ਦੇ ਜਾਣ ਪਿੱਛੋਂ ਉਸ ਦੀਆਂ ਵਿਧਵਾਵਾਂ ਅਤੇ ਪੁੱਤਰਾਂ ਨਾਲ ਯੋਗ ਸਲੂਕ ਨਾ ਕੀਤਾ ਗਿਆ। ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਕਾਫੀ ਖੱਜਲ ਖੁਆਰੀ ਅਤੇ ਜਲਾਲਤ ਪਿੱਛੋਂ ਜਾਇਦਾਦ ਦਾ ਕੁਝ ਹਿੱਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਵਾਸਤਵ ਵਿੱਚ ਹਰੀ ਸਿੰਘ ਨਲਵਾ ਰਣਜੀਤ ਸਿੰਘ ਦੇ ਖੁਸ਼ਾਮਦੀ, ਸੁਆਰਥੀ ਅਤੇ ਈਰਖਾਲੂ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਮਹਾਰਾਜੇ ਨੇ ਜਾਤੀ ਤੌਰ 'ਤੇ ਉਸ ਵੱਲ ਰੁੱਖਾ ਸਲੂਕ ਉਸ ਸਮੇਂ ਤੋਂ ਕਰ ਲਿਆ ਜਦੋਂ ਹਰੀ ਸਿੰਘ ਨਲਵੇ ਨੇ ਦਲੇਰੀ ਅਤੇ ਨਿਰਭੈਤਾ ਨਾਲ ਖੁੱਲ੍ਹ ਕੇ ਕੰਵਰ ਖੜਗ ਸਿੰਘ ਦੀ ਜਾਨਸ਼ੀਨੀ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਦਿੱਤੇ। ਅਜਿਹਾ ਕਰਕੇ ਆਪਣੇ ਵੱਲੋਂ ਉਹ ਖਾਲਸਾ ਪੰਥ ਦੀਆਂ ਨਰੋਈਆਂ ਰਵਾਇਤਾਂ ਵੱਲ ਮਹਾਰਾਜੇ ਦਾ ਧਿਆਨ ਦਿਵਾ ਕੇ ਖਾਲਸਾ ਰਾਜ ਦੀ ਸਲਾਮਤੀ ਸੁਨਿਸ਼ਚਿਤ ਕਰਨੀ ਲੋਚਦਾ ਸੀ। ਪਰ ਉਸ ਦੇ ਈਰਖਾਲੂਆਂ ਨੇ ਉਸ ਦੀ ਪੰਥਕ ਨਿਸ਼ਠਾ ਨੂੰ ਨਿੱਜੀ ਆਕਾਂਖਿਆ ਦਰਸਾ ਕੇ ਮਹਾਰਾਜੇ ਦੇ ਮਨ ਵਿੱਚ ਉਸ ਪ੍ਰਤੀ ਕੁੜੱਤਣ ਭਰ ਦਿੱਤੀ। ਜਦੋਂ ਹਰੀ ਸਿੰਘ ਨਲਵੇ ਦੀ ਮੌਤ ਹੋਈ ਤਾਂ ਉਸ ਦੀਆਂ ਜਗੀਰਾਂ ਦੀ ਵਾਰਸ਼ਿਕ ਆਮਦਨੀ 3,67,000 ਨਾਨਕਸ਼ਾਹੀ ਰੁਪਏ ਸੀ। ਉਸ ਦੇ ਜੀਵਨ ਭਰ ਦੀ ਬਹੁਤ ਬਚਤ ਰਾਸ਼ੀ 9 ਲੱਖ ਨਾਨਕਸ਼ਾਹੀ ਸੀ, ਜਿਸ ਵਿੱਚੋਂ ਲਗਭਗ ਚੌਥੀ ਰਾਸ਼ੀ ਰਾਜ ਦੀ ਪ੍ਰਚਲਿਤ ਪ੍ਰਥਾ ਮੁਤਾਬਕ ਜ਼ਬਤ ਕਰ ਲਈ ਗਈ। ਬਰਤਾਨਵੀ ਸੂਹੀਆਂ ਦੀ ਜਾਣਕਾਰੀ ਮੁਤਾਬਕ ਹਰੀ ਸਿੰਘ ਨਲਵੇ ਦੀ ਕੁਝ ਰਾਸ਼ੀ ਅੰਮ੍ਰਿਤਸਰ ਦੇ ਸ਼ਾਹੂਕਾਰਾਂ ਕੋਲ ਵੀ ਪਈ ਸੀ। ਇਸ ਰਾਸ਼ੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਇਮਾਮੁੱਦੀਨ ਨੇ ਕਈ ਸ਼ਾਹੂਕਾਰਾਂ ਨੂੰ ਤਸੀਹੇ ਵੀ ਦਿੱਤੇ। ਇਹ ਸਪਸ਼ਟ ਹੈ ਕਿ ਇਸ ਸਾਰੀ ਕਾਰਵਾਈ ਵਿੱਚ ਡੋਗਰੇ ਭਰਾਵਾਂ, ਕੁਝ ਦਰਬਾਰੀਆਂ ਅਤੇ ਕੰਵਰ ਖੜਗ ਸਿੰਘ ਦਾ ਹੱਥ ਸੀ, ਪਰ ਇੱਕ ਨਿਸ਼ਠਾਵਾਨ ਅਤੇ ਸੱਚੇ ਪੰਥ ਪ੍ਰਸਤ ਦੇਸ਼ ਭਗਤ
ਜਰਨੈਲ ਨਾਲ ਅਜਿਹਾ ਸਲੂਕ ਨਿਸ਼ਚੇ ਹੀ ਮੰਦਭਾਗੀ ਇਤਿਹਾਸਕ ਸੱਚਾਈ ਮੰਨੀ ਜਾਵੇਗੀ। ਕੁਝ ਸਮਾਂ ਬੀਤ ਜਾਣ ਪਿੱਛੋਂ ਖਾਲਸਾ ਦਰਬਾਰ ਵੱਲੋਂ ਸਰਦਾਰ ਹਰੀ ਸਿੰਘ ਨਲਵੇ ਦੀ ਵਿਧਵਾ ਨਾਲ ਮੁਨਸ਼ੀ ਸ਼ਰਧਾ ਰਾਮ ਦੁਆਰਾ ਸੰਪਰਕ ਕੀਤਾ ਗਿਆ ਅਤੇ ਉਸ ਸਾਹਮਣੇ ਪ੍ਰਸਤਾਵ ਰੱਖਿਆ ਗਿਆ ਕਿ ਜੇਕਰ ਉਹ ਹਰੀ ਸਿੰਘ ਦੀ ਜਾਇਦਾਦ ਦਾ ਕੁਝ ਹਿੱਸਾ ਸਰਕਾਰ ਨੂੰ ਵਾਪਸ ਕਰ ਦੇਵੇ ਤਾਂ ਗੁਜਰਾਂਵਾਲੇ ਦੀ ਜਗੀਰ ਉਸ ਨੂੰ ਦਿੱਤੀ ਜਾ ਸਕਦੀ ਹੈ। ਪਰ ਉਹ ਆਪਣੇ ਪੁੱਤਰਾਂ ਅਰਜਨ ਸਿੰਘ ਅਤੇ ਜਵਾਹਰ ਸਿੰਘ ਨੂੰ ਪੇਸ਼ਾਵਰ ਤੋਂ ਵਾਪਸ ਬੁਲਾ ਕੇ ਰਾਜ ਦੀ ਪ੍ਰਚਲਿਤ ਰਵਾਇਤ ਅਨੁਸਾਰ ਮਹਾਰਾਜਾ ਨੂੰ ਬਕਾਇਦਾ ਨਿਸ਼ਰਾਨਾ ਪੇਸ਼ ਕਰਨ ਉਪਰੰਤ ਉਹਨਾਂ ਦੀ ਬਾਇੱਜ਼ਤ ਬਹਾਲੀ ਚਾਹੁੰਦੀ ਸੀ। ਹਰੀ ਸਿੰਘ ਦੀ ਵਿਧਵਾ ਦਾ ਇਹ ਪ੍ਰਸਤਾਵ ਮੰਨ ਤਾਂ ਲਿਆ ਗਿਆ, ਪਰ ਇਸ ਉੱਪਰ ਅਮਲ ਨਾ ਹੋ ਸਕਿਆ ਕਿਉਂਕਿ ਹਰੀ ਸਿੰਘ ਦੀ ਜਗੀਰ ਦਾ ਉਸ ਸਾਲ ਦਾ ਸਾਰਾ ਮਾਮਲਾ ਫਸਲ ਦੀ ਕਟਾਈ ਸਮੇਂ ਹੀ ਗੁਲਾਬ ਸਿੰਘ ਡੋਗਰੇ ਨੇ ਉਗਰਾ ਲਿਆ ਸੀ। ਗੁਲਾਬ ਸਿੰਘ ਨੂੰ ਹਰੀ ਸਿੰਘ ਦੀ ਨਿਜ਼ਾਮਤ ਦੇ ਖੇਤਰ ਦਾ ਮਾਮਲਾ ਉਗਰਾਉਣ ਲਈ ਲਾਹੌਰ ਦਰਬਾਰ ਵੱਲੋਂ ਹੀ ਨਿਯੁਕਤ ਕੀਤਾ ਗਿਆ ਸੀ। ਸਰਦਾਰ ਹਰੀ ਸਿੰਘ ਨਲਵਾ ਜੀ ਨੇ ਕੇਵਲ 46 ਸਾਲ ਦਾ ਜੀਵਨ ਭੋਗਿਆ। ਇਸ ਸੰਖੇਪ ਜਿਹੇ ਸਮੇਂ ਵਿੱਚ ਉਸ ਨੇ ਆਦਰਸ਼ਮਈ ਸੰਘਰਸ਼ ਕੀਤਾ। ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਲਈ ਵਿੱਢੀਆਂ ਜ਼ਬਰਦਸਤ ਸੈਨਿਕ ਕਾਰਵਾਈਆਂ ਵਿੱਚ ਹਿੱਸਾ ਲਿਆ। ਕਾਬਲੀਅਤ, ਦਲੇਰੀ ਅਤੇ ਸੂਝ-ਬੂਝ ਕਰਕੇ ਉਸ ਨੂੰ ਜਲਦੀ ਪਦ ਉੱਨਤੀ ਮਿਲਦੀ ਗਈ। ਕਸੂਰ ਤੋਂ ਕਸ਼ਮੀਰ, ਮੁਲਤਾਨ ਅਤੇ ਹਜ਼ਾਰਾਂ ਤੋਂ ਪੇਸ਼ਾਵਰ ਤੱਕ ਉਸਨੇ ਕਠਿਨ ਮੁਹਿੰਮਾਂ ਵਿੱਚ ਭਾਗ ਲਿਆ। ਇਸੇ ਕਰਕੇ ਹਰੀ ਸਿੰਘ ਸਾਰੇ ਹਿੰਦੁਸਤਾਨ ਵਿੱਚ ਅਤੇ ਖਾਸ ਕਰਕੇ ਬਰਤਾਨਵੀ ਸਾਮਰਾਜੀ ਅਫਸਰਾਂ ਵਿੱਚ, ਜਿਨ੍ਹਾਂ ਨੂੰ ਰਣਜੀਤ ਸਿੰਘ ਆਮ ਕਰਕੇ ਨਵਾਬ ਲਾਟ ਕਰਕੇ ਸੰਬੋਧਨ ਕਰਦਾ ਸੀ, ਰਣਜੀਤ ਸਿੰਘ ਦਾ ਕਮਾਂਡਰ ਇਨ ਚੀਫ ਕਰਕੇ ਹੀ ਜਾਣਿਆ ਜਾਂਦਾ ਸੀ। ਸ਼ਾਂਤੀ ਜੀਵਨ ਵਿੱਚ ਹਰੀ ਸਿੰਘ ਨਲਵਾ ਸ਼ੌਕੀਨ, ਕੋਮਲ ਭਾਵੀ ਅਤੇ ਸੁੱਚੇ ਆਚਰਨ ਵਾਲਾ ਸਿੱਖ ਸਰਦਾਰ ਸੀ। ਗੁਜਰਾਂਵਾਲੇ ਵਿੱਚ ਉਸਨੇ ਬਾਗ ਵੀ ਲਗਵਾਏ। ਉਸ ਦੀ ਆਪਣੀ ਹਵੇਲੀ ਵਿੱਚ ਫੁੱਲਾਂ ਅਤੇ ਫਲਾਂ ਦਾ ਚੰਗਾ ਬਾਗ ਸੀ, ਜਿਸ ਦਾ ਜ਼ਿਕਰ ਬੈਰਨ ਹਿਊਗਲ ਨੇ ਉਚੇਚੇ ਤੌਰ 'ਤੇ ਕੀਤਾ ਹੈ। ਉਸਨੇ ਨਿੰਬੂ ਜਾਤੀ ਦਾ ਨਵਾਂ ਪੌਦਾ ਮੱਧ ਸਾਗਰ ਦੇ ਟਾਪੂ ਜਿਬਲਸਟਰ ਤੋਂ ਮੰਗਵਾ ਕੇ ਗੁਜਰਾਂਵਾਲੇ ਵਿਖੇ ਮਾਲਟੇ ਦਾ ਫਲ ਵਿਕਸਿਤ ਕੀਤਾ ਸੀ। ਇਸੇ ਕਰਕੇ ਉਸ ਨੂੰ ਇਤਿਹਾਸ ਵਿੱਚ ਖਾਲਸਾ ਰਾਜ ਦਾ ਨਿਵੇਕਲਾ ਅਤੇ ਗੁਣਵਾਨ ਸਿੱਖ ਸਰਦਾਰ ਮੰਨਿਆ ਗਿਆ ਹੈ। ਇਸ ਤੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਆਪਣੇ ਪੁੱਤਰ ਪ੍ਰਤੀ ਮੋਹ ਖਾਲਸਾ ਰਾਜ ਦੀ ਬਰਬਾਦੀ ਦਾ ਕਾਰਨ ਬਣਿਆ।